ਡਜ਼ਨਟ ਰੀਲੀ ਮੈਟਰ ਕਿ ਕਿਹੜੀ ਸਿਚੁਏਸ਼ਨ ਦੇ ਵਿੱਚ ਤੁਸੀਂ ਹੈਗੇ ਹੋ। ਬਿਲਕੁਲ, ਹਮੇਸ਼ਾ ਆਪਣੇ ਆਪ ਨੂੰ ਵਧੀਆ ਇਨਵਿਜ਼ਨ ਕਰੋ, ਆਪਣੇ ਆਪ ਦੀ ਇੱਕ ਤਸਵੀਰ ਵਧੀਆ ਲੈ ਕੇ ਚੱਲੋ। ਇਫ ਯੂ ਕਾਂਟ ਇਨਵਿਜ਼ਨ ਯੋਰਸੈਲਫ, ਲੁੱਕ ਅਪ ਟੂ ਸਮਵਨ ਹੂ ਇਜ਼ ਬੈਟਰ ਦੈਨ ਯੂ ਐਂਡ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਇੰਸਪੈਕਟਰ ਦਾ ਮੁੰਡਾ ਕਿੰਗ ਪੀਜੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਮਿਕੀ ਫਾਰਮ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹੈਰੀ। ਤੇ ਆਪਾਂ ਆ ਗਏ, ਹਾਂਜੀ ਆ ਗਏ, ਹਾਂਜੀ ਆ ਗਏ। ਕਿੱਥੇ ਆ ਗਏ ਜੀ ਤੁਸੀਂ? ਕਿੱਥੇ? ਅਸੀਂ ਆ ਗਏ ਜੀ ਵੱਡੇ ਜੰਗਲ ਦੇ ਵਿੱਚ, ਜਿਹਦਾ ਨਾਂ ਹੈ ਮੈਲਬਨ, ਤੇ ਬੈਠੇ ਆਪਣੇ ਛੋਟੇ ਜਿਹੇ ਸਟੂਡੀਓ ਦੇ ਵਿੱਚ। ਵਾਹ ਜੀ ਵਾਹ। ਤੇ ਅੱਜ ਤੁਸੀਂ ਹਿਸਾਬ ਲਾਓ, ਤੁਸੀਂ ਲਾਇਆ ਵੀ ਹੋਣਾ ਉੱਦਾਂ ਵੀ ਇੱਧਰ ਵੀ ਚਿੱਟੇ ਕੱਪੜੇ ਪਏ ਆ ਤੇ ਇੱਧਰ ਵੀ ਮੜ ਜੇ ਪਏ ਆ। ਨਹੀਂ, ਇਹ ਪਤਾ ਗੱਲ ਕੀ ਹੋਈ ਹੈਗੀ, ਐਸੀ ਗੱਲ ਕੀ ਹੋਈ, ਪਿਛਲੇ ਪੋਡਕਾਸਟ ਵਿੱਚ ਨੋਟ ਕੀਤਾ ਵੀਰਾਂ ਨੇ ਸਾਰਿਆਂ ਨੇ ਕਾਲੇ ਕਾਲੇ ਪਾਏ ਸੀਗੇ ਤੇ ਅੱਜ ਵੀ ਕੁਦਰਤੀ ਕੰਪੀਟੀਸ਼ਨ ਦਾ ਕਿ ਵੀਰਾਂ ਦੀ ਸੋਚ ਇਹਦਾ ਮਿਲਦੀ ਹੈ ਨਾ ਇੱਕ ਦੂਜੇ ਨਾਲ। ਤੇ ਇਹਨੇ ਵੀ ਚਿੱਟੇ ਕੱਪੜੇ ਚੁੱਕ ਲਏ ਤੇ ਮੈਂ ਪਾਈ ਜਾਂਦਾ ਸੀਗਾ। ਜਦੋਂ ਉਹ ਵੀ ਕਹਿੰਦਾ ਮੈਂ ਵੀ ਮੈਂ ਖੜ ਜਾਈ ਯਾਰ, ਮੈਂ ਬੈਟ ਬਾਜੇ ਲੱਗਾਂਗੇ ਸੋ ਇਸ ਕਰਕੇ ਅਸੀਂ ਉਹ ਫਿਰ ਲਾਤੇ। ਐਨੀਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ, ਤੁਹਾਡਾ ਬਹੁਤ ਬਹੁਤ ਪਿਆਰ ਮਿਲਦਾ ਰਹਿੰਦਾ ਆ। ਬੜੀਆਂ ਨਿੱਕੀਆਂ ਗੱਲਾਂ, ਨਿੱਕੇ ਜਦੋਂ ਤੁਸੀਂ ਕੁਛ ਸਾਨੂੰ ਫੀਡਬੈਕ ਭੇਜਦੇ ਹੋ ਤਾਂ ਵੀ ਆਲਵੇਜ਼ ਗੈਟ ਵੈਰੀ ਐਕਸਾਈਟਿਡ। ਉਹ ਚੀਜ਼ਾਂ ਹੋਣੀ ਚਾਹੀਦੀਆਂ ਯਾਰ, ਹੈ ਨਾ? ਬਹੁਤ ਜ਼ਰੂਰੀ ਆ, ਹੈ ਨਾ? ਜਦੋਂ ਕੋਈ ਫੀਡਬੈਕ ਨਾ ਮਿਲਦੀ ਹੋਵੇ ਨਾ, ਫਿਰ ਸਾਲਾ ਸਕੂਨ ਜਿਹਾ ਆਉਂਦਾ ਨਹੀਂ। ਫਿਰ ਲੱਗਦਾ ਹੈ ਕਿ ਕੁਛ ਨਾ ਕੁਛ ਮਿਸਿੰਗ ਜੀ ਹੈਗੀ ਹੈ, ਕੁਛ ਨਾ ਕੁਛ ਤਾਂ ਮਿਸਿੰਗ ਪਤਾ ਲੱਗਦਾ ਨਾ ਬੰਦਾ ਕੀ ਗਲਤ ਕਰ ਰਿਹਾ, ਕੀ ਸਹੀ ਕਰ ਰਿਹਾ ਜੀ। ਗਲਤੀਆਂ ਸਾਨੂੰ ਚਾਹੀਦੀਆਂ, ਸਹੀ ਤਾਂ ਸਾਨੂੰ ਐਂ ਲੱਗਦਾ ਵੀ ਅਸੀਂ ਉਹ ਰਾਜੇ ਹਾਂ। ਵੈਸੇ ਹੈਗੇ ਵੀ ਰਾਜੇ ਹੀ ਆ, ਬਟ ਗਲਤੀਆਂ ਵੀ ਜ਼ਰੂਰੀ ਚਾਹੀਦੀਆਂ ਤਾਂ ਕਿ ਸਾਨੂੰ ਗਰਾਊਂਡ ਕਰਕੇ ਰੱਖਣ। ਬਟ ਐਨੀਵੇ ਅੱਜ ਦਾ ਜਿਹੜਾ ਪੋਡਕਾਸਟ ਹੈ ਜੀ ਬੜਾ ਇਨਫੋਰਮੇਟਿਵ ਹੋਣਾ। ਕਾਹਨੂੰ? ਕਿਉਂਕਿ ਅੱਜ ਜਿਹੜੀਆਂ ਅਸੀਂ ਗੱਲਾਂ ਕਰਨੀਆਂ ਜਾਂ ਜਿਹੜੀ ਇਸ ਜਰਨੀ ਨੂੰ ਆਪਾਂ ਐਕਸਪਲੋਰ ਕਰਾਂਗੇ ਉਹ ਸਾਰਿਆਂ ਲਈ ਬਹੁਤ ਜ਼ਰੂਰੀ ਆ, ਸਪੈਸ਼ਲੀ ਯੰਗਸਟਰਸ, ਬਜ਼ੁਰਗ ਵੀ, ਤੇ ਜਿਹੜੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਦੇ ਪਏ ਉਹਨਾਂ ਲਈ ਵੀ। ਵਾਈ? ਬਿਕੋਜ਼ ਉਹ ਜਿਹੜੀ ਚੀਜ਼ ਹੈ ਨਾ, ਉਹਦਾ ਨਾਂ ਹੈਗਾ ਕੌਨਫੀਡੈਂਸ। ਜੀ ਹਾਂ, ਵਾਹ ਵਾਹ। ਕੌਨਫੀਡੈਂਸ ਜਿਹੜੇ ਤੂੰ ਕੀਤਾ ਨਾ ਦੂਰਦਰਸ਼ਨ ਵਾਲੇ ਵਾਂਗ ਗੱਲ ਕੀਤੀ, ਜਿਹੜੇ ਮਾਂ ਤੇਰਾ ਨੰਬਰ ਘਟਦਾ ਇਹਦੇ ਤੇ, ਮੈਨੂੰ ਤੇਰੀ ਵਿੰਡੋ ਕੱਟਣੀ ਹੈ। ਮੈਨੂੰ ਜਮਾ ਹੀ ਚੰਗੀ ਨਹੀਂ ਲੱਗੀ। ਅੱਛਾ, ਇੰਟਰੋਡਕਸ਼ਨ ਤੁਹਾਨੂੰ ਵਧੀਆ ਲੱਗੀ? ਮੈਨੂੰ ਵਧੀਆ ਲੱਗੀ। ਆਲਰਾਈਟ, ਵੈਲਕਮ ਬੈਕ ਟੂ ਇੱਦਾਂ ਜੇ ਕਰ ਪਤਾ ਲੱਗੇ ਲੋਕਾਂ ਨੂੰ ਕਿ ਹਾਂ ਕੁਝ ਅੰਗਰੇਜ਼ੀ ਹੋ ਗਈ ਨਾ, ਭੂਣ ਭੰਨ ਲੜਿਆ ਹੋਇਆ ਤੇਰੇ, ਤੂੰ ਤਾਂ ਚੁੱਪ ਕਰਕੇ ਇੰਟਰੋਡਕਸ਼ਨ ਦੇ ਰਿਹਾ। ਓਕੇ ਚਲੋ ਠੀਕ ਹੈ ਜੀ। ਨਹੀਂ, ਹੁਣ ਇੰਟਰੋਡਕਸ਼ਨ ਤਾਂ ਜੀ ਦੇਖੋ ਜਿੱਦਾਂ ਦੀ ਵੀ ਕਸਮੈਰੀ ਜੀ, ਆਪਾਂ ਪ੍ਰੋਫੈਸ਼ਨਲ ਨਹੀਂ। ਆਹ ਬੰਦੇ ਸਾਡੇ ਪ੍ਰੋਫੈਸ਼ਨਲ ਨੇ, ਧੱਕੇ ਖਾਦੇ ਹੋਏ ਆ। ਇਹਨਾਂ ਨੂੰ ਜਿੱਥੇ ਮਰਜ਼ੀ ਉਠਾ ਦਿਓ, ਕੈਮਰਾ ਮੂੰਹ ਤੇ ਲਾ ਦਿਓ, ਉੱਥੇ ਵੀ ਬੋਲਣ ਲੱਗ ਜਾਣਗੇ। ਵਾਹ ਜੀ ਵਾਹ, ਕੌਨਫੀਡੈਂਸ ਹੀ ਬਹੁਤ ਹੈ। ਵਾਹ ਜੀ ਵਾਹ, ਡੋਲਦਾ ਪਿਆ ਜੀ। ਮੈਂ ਕਿਹਾ ਜੀ ਅੰਤੀ ਹੋਈ ਨਹੀਂ। ਮੈਂ ਦੇਖੋ ਇੱਕ ਤਾਂ ਗੱਲ ਇਦਾਂ ਕਿ ਯਾਰ 6.5 ਫੁੱਟ ਦਾ ਗੱਭਰੂ, 6.5 ਫੁੱਟ ਦਾ। ਮੈਂ ਬ్రో ਜੇ ਮੇਰੇ 'ਚ ਕੌਨਫੀਡੈਂਸ ਨਾ ਹੋਊਗਾ ਤਾਂ ਕਿਹਦੇ 'ਚ ਹੋਊਗਾ ਯਾਰ? ਪਰ ਬਾਈ ਮੈਂ ਇਦਾਂ ਦੇ ਬੰਦੇ ਵੀ ਦੇਖੇ ਜਿਹੜੇ 6 6.5 ਦੇ ਹੈਗੇ ਆ, ਪਰ ਉਹ ਗੱਲਾਂ ਉਦਾਂ ਕਰਦੇ ਕਿ ਕੌਨਫੀਡੈਂਸ ਜਮਾ ਹੀ ਨਹੀਂ ਲੱਗਦਾ ਉਹਨਾਂ 'ਚ। ਨਹੀਂ, ਉਹ ਤਾਂ ਮੈਂ ਉਂਝ ਗੱਲ ਕਹਿ ਰਿਹਾ ਕਿ ਯਾਰ ਮੈਂ 6.5 ਫੁੱਟ ਦਾ, ਜੇ ਮੇਰੇ 'ਚ ਕੌਨਫੀਡੈਂਸ ਨਹੀਂ ਹੋਊਗਾ ਤਾਂ ਕਿਹਦੇ 'ਚ ਹੋਊਗਾ? ਉਹ ਮੈਂ ਗੱਲ। ਅੱਛਾ, ਹੁਣ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ 6.5 ਫੁੱਟਾਂ ਜਾਂ 7.5 ਫੁੱਟਾਂ 'ਚ ਹੋਣਗੇ ਪਰ ਇਹ ਜ਼ਰੂਰੀ ਨਹੀਂ ਹੁੰਦਾ। ਪਰ ਮੈਂ ਆਪਣੀ ਗੱਲ ਮੈਂ ਤਾਂ ਕਰਦਾ ਹਾਂ ਕਿਉਂਕਿ ਮੈਨੂੰ ਇਹ ਚੀਜ਼ ਪਹਿਲਾਂ ਤਾਂ ਇਹ ਚੀਜ਼ ਮੈਨੂੰ ਮਾਣ ਬਹੁਤ ਹੈ ਕਿ ਮੈਂ ਨਵਾਂ ਆ, ਹੈ ਨਾ? ਕਿਉਂਕਿ ਬੰਦਾ ਦੂਰੋਂ ਪਛਾਣਿਆ ਜਾਂਦਾ, ਪਤਾ ਲੱਗਦਾ। ਜੇ ਹੁਣ ਮੇਰੇ ਵਰਗੇ ਜੋ ਬੜਕ ਨਾ ਹੋਵੇ ਤੇ ਮੇਰੇ ਵਰਗੇ ਜੋ ਅੱਗੋਂ ਕੌਨਫੀਡੈਂਸ ਨਾ ਹੋਵੇ ਕਿਸੇ ਦਾ ਹੱਥ ਫੜ ਕੇ ਗੱਲ, ਅੱਖਾਂ 'ਚ ਅੱਖਾਂ ਪਾ ਗੱਲ ਕਰਨ ਦਾ, ਰਾਈਟ, ਤਾਂ ਫਿਰ ਇਹੋ ਜਿਹੇ ਦੇਹ ਦਾ ਤੇ ਇਹੋ ਜਿਹੇ ਸਰੀਰ ਦਾ, ਇਹੋ ਜਿਹੇ ਕੱਦ ਕਾਠੀ ਦਾ ਫਿਰ ਕੀ ਫਾਇਦਾ ਜੀ? ਫਿਰ ਫਾਇਦਾ ਤਾਂ ਹੀ ਹੈ ਨਾ ਕਿ ਅੱਗੋਂ ਪਤਾ ਲੱਗੇ ਕਿ ਹਾਂ ਯਾਰ ਕਿ ਬੰਦੇ ਜੀ ਯਾਰ ਇੰਨੇ ਕੌਨਫੀਡੈਂਸ ਨਾਲ ਗੱਲ ਕਰਦਾ ਕਿ ਕੁਛ ਨਾ ਕੁਛ ਤਾਂ ਹੋਊਗਾ ਹੀ। ਇਸ ਕਰਕੇ ਕੌਨਫੀਡੈਂਸ ਤਾਂ ਬ్రో ਸਭ ਨਾਲੋਂ ਜ਼ਰੂਰੀ ਹੈ ਜੀ ਹੋਣੀ ਆਪਣੇ 'ਚ। ਜੇ ਆਪਣੇ ਆਪ 'ਚ ਉਹ ਵਿਸ਼ਵਾਸ ਨਹੀਂ ਹੈਗਾ ਕਿ ਤੁਸੀਂ ਕਿਸੇ ਨਾਲ ਜਾ ਕੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਦੇ ਹੋ ਨਾ, ਬ్రో ਕੁਝ ਵੀ ਨਹੀਂ ਹੈ ਤੁਹਾਡੇ 'ਚ। ਇਹ ਤਾਂ ਗੱਲ ਹੈਗੀ ਆ। ਦੇਖੋ ਕੌਨਫੀਡੈਂਸ, ਪਰ ਵੀਰੇ ਜਿੱਦਾਂ ਤੁਸੀਂ ਕਿਹਾ ਵੀ ਤੁਹਾਡੇ 'ਚ ਜਿੱਦਾਂ ਖਰੀਦੇ ਆ, ਚਲੋ ਸੁੱਖ ਨਾ, ਹੈ ਨਾ, ਲਾਈਕ ਯੂ ਆਰ ਹੈਲਥੀ ਐਂਡ ਲੰਮੇ ਚੌੜੇ ਸਾਰਾ ਕੁਛ ਹੈਗਾ, ਈਵਨ ਤੁਸੀਂ ਬੋਲ ਵਧੀਆ ਲੈਂਦੇ ਹੋ, ਆਪਣੇ ਆਪ ਨੂੰ ਵਧੀਆ ਕੈਰੀ ਕਰਦੇ ਹੋ। ਪਰ ਉਹ ਬੰਦਿਆਂ ਦਾ ਕੀ ਆ ਵੀਰੇ ਵੀ ਜਿਹੜੇ ਬੰਦੇ ਫੀਲ ਕਰਦੇ ਰਹਿੰਦੇ, ਆਪਣੇ ਆਪ ਨੂੰ ਸੈਲਫ ਡਾਊਟ ਕਰਦੇ ਰਹਿੰਦੇ ਕਿ ਮੇਰਾ ਤਾਂ ਕੱਦ ਵੀ ਨਹੀਂ ਹੈਗਾ ਐਂਡ ਆਮ ਨੋਟ ਰੀਲੀ ਗੁੱਡ ਆਲਸੋ, ਆਈ ਕਾਂਟ ਈਵਨ ਸਪੀਕ ਇੰਗਲਿਸ਼। ਤੇ ਉਹ ਬੰਦਿਆਂ 'ਚ ਕਿੱਦਾਂ ਕੌਨਫੀਡੈਂਸ ਆਵੇ ਤੇ ਉਹ ਬੰਦੇ ਕਿੱਦਾਂ ਫਿਰ ਕੌਨਫੀਡੈਂਟ ਬਣਨ? ਵੀ ਪਹਿਲਾਂ ਤਾਂ ਤੁਸੀਂ ਕੌਨਫੀਡੈਂਸ ਦੀ ਉਦਾਹਰਨ ਦਿਓ ਵੀ ਚੰਗੇ ਤਰੀਕੇ ਨਾਲ ਹੈਗਾ ਕੀ ਆ ਤੇ ਇਹ ਕਿੱਦਾਂ ਸ਼ੋਅ ਕੀਤਾ ਜਾ ਸਕਦਾ?
ਕੌਣ ਇਹ ਦੂਗਾ ਜੀ? ਦੱਸੋ। ਮੈਂ ਤੇ ਬ్రో ਮੇਰੇ ਤੋਂ ਸਾਰਾ ਚਾਹੇ ਪੋਡਕਾਸਟ ਬਣਾਈ ਚੱਲ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। ਤਾਂ ਹੀ ਦੱਸਿਆ ਤਾਂ ਹੈ। ਮੈਂ ਗੱਲ ਦੇਖੋ, ਕੌਨਫੀਡੈਂਸ ਵਿਸ਼ਵਾਸ ਹੋਣਾ, ਆਪਣੇ ਆਪ 'ਚ ਵਿਸ਼ਵਾਸ ਹੋਣਾ, ਆਪਣੀ ਗੱਲ ਕਹੀ 'ਚ ਵਿਸ਼ਵਾਸ ਹੋਣਾ, ਪਤਾ ਹੋਣਾ ਕਿ ਯੈਸ ਇਫ ਆਈ ਐਮ ਟਾਕਿੰਗ ਸਮਥਿੰਗ ਮੇਰੇ 'ਚ ਵਿਸ਼ਵਾਸ ਆ, ਮੈਂ ਇਹ ਗੱਲ ਕਰ ਸਕਦਾ ਆ, ਮੈਂ ਇਹ ਕੰਮ ਕਰ ਸਕਦਾ ਆ। ਮੇਰੇ ਮੂਹਰੇ ਕੋਈ ਮਰਜ਼ੀ ਬੰਦਾ, ਕੋਈ ਮਰਜ਼ੀ ਚੀਜ਼ ਆ ਜਾਏ, ਮਾਂ ਵਿੱਚੋਂ ਪਾੜ ਕੇ ਲੰਘ ਜੂ। ਕਿਸੇ ਦੀ ਕੀ ਜ਼ਰੂਰਤ ਕੀ? ਹਾਂ, ਕੋਈ ਇਹਦਾ ਮਤਲਬ ਇਹ ਨਹੀਂ ਗੰਡਾਸੇ ਵਾਲਾ ਪਾੜ ਕੇ ਲੰਘਣਾ। ਇਹਦਾ ਮਤਲਬ ਇਹ ਹੈ ਕਿ ਇੰਨਾ ਕਿ ਬੰਦੇ ਕੋਲ ਸਕਿੱਲਸ, ਬੰਦੇ ਕੋਲ ਉਹ ਚੀਜ਼ਾਂ ਇੰਨੀਆਂ ਕੁ ਨੇ ਕਿ ਬੰਦੇ ਨੂੰ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਹੈਗੀ ਜੀ। ਉਹਦੇ ਨਾਲ ਕੱਦ ਕਾਠੀ ਦਾ ਤੇ ਉਹਦੇ ਨਾਲ ਕੁਝ ਹੱਥ ਪੈਰ ਵੱਡੇ ਦਾ ਕੋਈ ਫਰਕ ਨਹੀਂ ਹੈ ਬ్రో। ਰਾਈਟ। ਯੂ ਪ੍ਰੋਬਬਲੀ ਵੋਂਟ ਇਵਨ ਹੈਵ ਕਿ ਕਿਸੇ ਕੋਲ ਹੱਥ ਪੈਰ ਲਿੰਬਸ ਨਹੀਂ ਹੁੰਦੇ ਹੈਗੇ, ਤੇ ਇਹਦਾ ਮਤਲਬ ਇਹ ਥੋੜੀ ਹੈ ਕਿ ਉਹ ਵਿਸ਼ਵਾਸ ਨਹੀਂ ਹੋਊਗਾ ਉਹਦੇ 'ਚ। ਅੱਜ ਦੇ ਟਾਈਮ ਦੇ ਵਿੱਚ ਜਿਨ੍ਹਾਂ ਕੋਲ ਹੱਥ ਪੈਰ ਨਹੀਂ ਨਾ ਹੈਗੇ, ਉਹ ਸਗੋਂ ਜ਼ਿਆਦਾ ਅੱਜ ਕੱਲ੍ਹ ਸਕਸੈਸਫੁਲ ਨੇ, ਕਿਉਂਕਿ ਉਹਨਾਂ 'ਚ ਕੌਨਫੀਡੈਂਸ ਸੀਗਾ ਕਿ ਉਹ ਕੁਝ ਕਰ ਸਕਦੇ ਜ਼ਿੰਦਗੀ ਦੇ ਵਿੱਚ। ਸੋ ਆਈ ਬਲੀਵ confidence is all about your mind game। ਇਹ ਤੁਹਾਡੀ ਦਿਮਾਗੀ ਸੰਤੁਲਨ ਹੈ, ਇਹਦੇ ਵਿੱਚ ਤੁਸੀਂ ਕਿੱਦਾਂ ਦਾ ਬਣਾ ਲੈਣਾ ਇਹਨੂੰ। ਇਹ ਦਿਮਾਗ ਦੇ ਵਿੱਚ ਹੀ ਆ ਵੀ ਤੁਸੀਂ ਆਪਣੇ ਆਪ ਨੂੰ ਕਿੱਦਾਂ ਵੇਖਦੇ ਜੇ। ਆਪਣਾ ਦਿਮਾਗੀ ਹੈਗਾ ਕਿ ਤੁਸੀਂ ਦੁਨੀਆ ਨੂੰ ਕਿੱਦਾਂ ਵੇਖਦੇ ਜੇ। ਮੇਰੇ ਖਿਆਲ ਨਾਲ ਕੌਨਫੀਡੈਂਸ ਦਾ ਇੱਕ ਹੋਰ ਮਤਲਬ ਇਹ ਆ ਵੀ ਤੁਸੀਂ ਆਪਣੇ ਆਪ 'ਚ ਕਿੰਨੇ ਸਿਕਿਉਰ ਹੋ। ਤੁਹਾਨੂੰ ਤੁਹਾਡੀ ਖਾਮੀਆਂ ਪਤਾ ਹੋਣ ਦੇ ਬਾਵਜੂਦ ਵੀ ਤੁਸੀਂ ਪਰਵਾਹ ਨਹੀਂ ਕਰਦੇ, ਕਿਉਂਕਿ ਕੋਈ ਵੀ ਬੰਦਾ ਪਰਫੈਕਟ ਨਹੀਂ ਹੈਗਾ। ਰਾਈਟ। ਯੂ ਆਰ ਇਨਪਰਫੈਕਟ, ਰਾਈਟ ਜੀ। ਤੇ ਕੌਨਫੀਡੈਂਸ ਲੈਵਲ ਹੀ ਉੱਥੋਂ ਗਰੋ ਹੁੰਦਾ ਜਦ ਤੁਹਾਨੂੰ ਪਤਾ ਵੀ ਆਪਾਂ ਜੇ ਪਿਛਲੇ ਪੋਡਕਾਸਟ 'ਚ ਗੱਲ ਕਰਦੇ, ਬੰਦੇ ਨੂੰ ਆਪਣਾ ਪਤਾ ਹੋਣਾ ਚਾਹੀਦਾ ਜੀ। ਜਦ ਬੰਦੇ ਨੂੰ ਆਪਣੇ ਬਾਰੇ ਨੌਲੇਜ ਹੋਊਗੀ ਨਾ, ਉਹ ਬੰਦਾ ਵੀ ਤੁਸੀਂ ਉਹ ਅਨਸ਼ੇਕੇਬਲ ਆ। ਇਹ ਗੱਲ ਪਿਛਲੇ ਜੀ ਆਪਾਂ ਗੱਲ ਕੀਤੀ ਸੀ, ਕਿਉਂਕਿ ਹਰ ਇੱਕ ਚੀਜ਼ 'ਚ ਉਹ ਕਹਿੰਦੇ ਨੇ ਕਈ ਵਾਰੀ ਤੁਹਾਨੂੰ ਫੇਕ ਇਟ ਟੂ ਮੇਕ ਇਟ ਵੀ ਕਰਨਾ ਪੈਂਦਾ ਜੀ। ਉਹ ਬੜਾ ਜ਼ਰੂਰੀ ਹੈ। ਹੁਣ ਆਪਾਂ ਇੰਟਰਵਿਊ ਦੇਣ ਜਾਂਦੇ ਜੌਬਸ ਕਰਦੇ, ਭਾਵੇਂ ਰੈਜ਼ਿਊਮੇ 'ਚ ਜੋ ਮਰਜ਼ੀ ਲਿਖਿਆ, ਉਹ ਜਿਹੜਾ ਬੰਦਾ ਇੰਟਰਵਿਊ ਲੈ ਰਿਹਾ ਨਾ, ਉਹਨੂੰ ਪਤਾ ਹੋਣਾ ਵੀ ਜਦ ਉਹ ਬੰਦੇ ਨੇ ਅੱਖ ਤੇ ਉਹਨੇ ਪੜ੍ਹ ਲੈਣੀ ਆ ਵੀ ਇਹ ਬੰਦਾ ਜਿਹੜੀ ਗੱਲ ਕਰ ਰਿਹਾ ਵੀ ਹਾਂ, ਵੀ ਜਿਵੇਂ ਹੈਂਡ ਸ਼ੇਕ। ਹੁਣ ਜਦ ਮੈਂ ਕੋਈ ਹੈਂਡ ਸ਼ੇਕ ਕਰਦਾ ਵੀ ਇੱਕਦਮ ਸੋਲਿਡ ਹੁੰਦਾ, ਤੇ ਬੰਦੇ ਦੀ ਅੱਖ 'ਚ ਅੱਖ ਪਾ ਕੇ ਗੱਲ ਕਰੋ। ਜਿਹੜਾ ਬੰਦਾ ਹੁਣ ਚੇਅਰਸ ਕਰਦੇ ਆਪਾਂ ਜੀ, ਯੂਰਪ ਦੇ ਵਿੱਚ ਕਹਿੰਦੇ ਆ ਵੀ ਜਦ ਤੁਸੀਂ ਚੇਅਰਸ ਕਰੋ ਤੇ ਤੁਸੀਂ ਬੰਦੇ ਦੀ ਅੱਖ 'ਚ ਨਾ ਪਾ ਕੇ ਦੇਖੋ, ਉਹ ਬੰਦਾ ਤੁਹਾਡੇ ਵਿਸ਼ਵਾਸ ਨਹੀਂ ਕਰਦਾ। ਠੀਕ ਆ। ਤਾਂ ਹਮੇਸ਼ਾ ਚੇਅਰਸ ਕਰਨ ਵੇਲੇ ਬੰਦੇ ਦੀ ਅੱਖ, ਇੱਕ ਇਹ ਚੀਜ਼, ਛੋਟੀਆਂ ਚੀਜ਼ਾਂ ਹੀ ਉਹ ਕੌਨਫੀਡੈਂਸ ਲੈਵਲ ਤੁਹਾਡੇ ਆਪ 'ਚ ਬੂਸਟ ਕਰਨਗੇ। ਮੈਂ ਆਪਾਂ ਜਦੋਂ ਪਹਿਲਾਂ ਆਏ ਇੱਥੇ, ਜਦੋਂ ਇੰਡੀਆ ਤੋਂ ਇੱਥੇ ਆਏ ਸੀ ਨਾ ਜੀ, ਮੈਂ ਆਪਣਾ ਤੇ ਇੱਧਰ ਦੇ ਲੋਕਾਂ ਦਾ ਬਹੁਤ ਡਿਫਰੈਂਸ ਆ। ਮੈਂ ਜਦੋਂ ਅਸੀਂ ਆਏ ਨਾ ਇੱਧਰੋਂ ਉੱਧਰੋਂ ਆਏ, ਤੇ ਆਪਾਂ ਹੈਗੇ ਆ ਬੜੇ, ਕਿਉਂਕਿ ਸਾਡਾ ਖੂਨ ਇੱਦਾਂ ਦਾ ਹੈ ਸਾਡੇ ਪੰਜਾਬੀਆਂ ਦਾ, ਕਿਉਂਕਿ ਸਾਡੇ ਗੁਰੂਆਂ ਮਹਾਰਾਜ ਨੇ ਸਾਨੂੰ ਬੜਾ ਕੁਝ ਸਿਖਾਇਆ ਪਾਇਆ ਸਾਡੇ ਦੇ ਵਿੱਚ, ਕਿ ਸਾਡੇ 'ਚ ਵਿਸ਼ਵਾਸ ਬਹੁਤ ਆ। ਰਾਈਟ। ਜਦੋਂ ਅਸੀਂ ਇਹਨਾਂ ਬਾਹਰਲੇ ਮੁਲਕਾਂ 'ਚ ਆਉਂਦੇ ਆ ਨਾ, ਤੁਸੀਂ ਇੱਕ ਦੇ ਵੇਖਿਓ, ਜਦੋਂ ਸਾਡੇ ਕੋਲ ਪੈਸਾ ਆ ਜਾਂਦਾ ਨਾ, ਤੇ ਸਾਡੇ 'ਚੋਂ ਫਿਰ ਸਾਰੇ ਰਹੀਸੀ ਵਾਲੇ, ਸਾਡੇ 'ਚੋਂ ਸਾਰਾ ਐਨ ਬੜਕ ਅਸੀਂ ਪੈਂਦੇ ਆ ਕਿ ਹਾਂ ਨਹੀਂ, ਸਾਡੇ ਚੀਜ਼ਾਂ ਉਹ ਹੈਗੀਆਂ। ਜਦੋਂ ਮੈਂ ਇੱਥੇ ਪਹਿਲਾਂ ਨਵਾਂ ਆਇਆ ਸੀਗਾ ਤਾਂ ਬ్రో, ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਜਦੋਂ ਆਪਾਂ ਉੱਥੋਂ ਆਉਂਦੇ ਆ ਨਾ, ਆਪਾਂ ਮੋਢੇ ਥੱਲੇ ਸਿੱਟ ਕੇ ਨੀਵੇਂ ਹੋ ਕੇ ਆਉਂਦੇ ਆ ਕਿਤੇ ਬਾਹਰਲੇ ਮੁਲਕ ਦੇ ਵਿੱਚ, ਕਿ ਪਤਾ ਨਹੀਂ ਯਾਰ ਇੱਥੇ ਕੀ ਹੈ ਕੀ ਨਹੀਂ, ਲੋਕਾਂ ਨੇ ਸਾਨੂੰ ਕਿੱਦਾਂ ਵੇਖਣਾ, ਸਾਡੀ ਚਮੜੀ ਦਾ ਰੰਗ ਵੱਖਰਾ, ਲੋਕਾਂ ਨੂੰ ਪਤਾ ਨਹੀਂ ਇੱਦਾਂ ਉੱਦਾਂ। ਤੇ ਨਹੀਂ, ਇੱਦਾਂ ਦੀ ਗੱਲ ਨਹੀਂ ਹੁੰਦੀ। ਹੁਣ ਤੁਸੀਂ ਇੱਕ ਗੱਲ ਦੇਖੋ, ਮੈਂ ਇੱਕ ਕੰਪਨੀ 'ਚ ਕੰਮ ਕਰਦਾ, ਕੰਸਟਰਕਸ਼ਨ 'ਚ ਕੰਮ ਕਰਦਾ। ਜੇ ਤੁਸੀਂ ਮੇਰੇ ਕੰਮ ਤੇ ਆ ਕੇ ਮੈਨੂੰ ਵੇਖੋ ਨਾ, ਮੈਂ ਗੰਦੇ ਕੱਪੜੇ ਪਾਏ ਹੁੰਦੇ ਆ, ਰਾਈਟ। ਕਈ ਆਪਣੇ ਪੰਜਾਬੀ ਵੀਰ ਉੱਥੇ ਹੁੰਦੇ ਆ, ਕਹਿੰਦੇ ਇੰਸਪੈਕਟਰ ਸਾਹਿਬ ਆ ਕੀ, ਮੈਂ ਕਿਹਾ ਵੀਰੇ ਕੰਮ ਆ, ਜਦੋਂ ਕੰਮ ਕਰਨਾ ਉਦੋਂ ਕੰਮ ਕਰਨਾ। ਪਰ ਜਦੋਂ ਮੈਂ ਬੈਠਿਆ ਨਾ ਸੱਜ ਕੇ, ਹੁਣ ਕੋਈ ਕਹਦੇ ਹਾਂ, ਪਰ ਗੱਲ ਕੀ ਆ, ਇਹ ਵਿਸ਼ਵਾਸ ਆ ਆਪਣੇ ਆਪ ਦੇ ਵਿੱਚ। ਇਹ ਚੀਜ਼ ਹੈ ਕਿ ਜਦੋਂ ਮੈਂ ਉਹ ਕੰਮ ਕਰਨਾ ਉਦੋਂ ਮੈਂ ਉਹ ਕੰਮ ਕਰਨਾ, ਪਰ ਜਦੋਂ ਮੈਂ ਕੰਮ ਤੋਂ ਬਾਹਰ ਨਿਕਲਿਆ ਬ్రో, ਮੈਨੂੰ ਇਹ ਤਾਂ ਕੰਮ ਤੇ ਵੀ ਰਾਜੀ ਆ, ਇਹ ਥੋੜੀ ਕੰਮ 'ਚ ਰਾਜੀ ਨਹੀਂ। ਕੰਮ ਦਾ ਇਹ ਨਹੀਂ ਹੈਗਾ ਕਿ ਸਾਨੂੰ ਉਹ 'ਚ ਪ੍ਰਾਊਡ ਨਹੀਂ ਹੈਗਾ, ਪਰ ਗੱਲ ਕੀ ਹੁੰਦੀ ਹੈ ਕਿ ਇੱਕ ਬੰਦੇ 'ਚ ਹੋਣਾ ਚਾਹੀਦਾ ਹੈ। ਜਦੋਂ ਅਸੀਂ ਨਵੇਂ ਉੱਥੋਂ ਆ, ਸਾਨੂੰ ਨਹੀਂ ਪਤਾ ਸੀਗਾ, ਇੱਥੇ ਆ ਕੇ ਸਿੱਖਿਆ ਇਹੀ ਹੈ ਕਿ ਜੇ ਤੁਸੀਂ ਆਪਣੇ ਆਪ 'ਚ ਵਿਸ਼ਵਾਸ ਕੈਰੀ ਕਰਦੇ ਹੋ, ਰਾਈਟ, ਤੁਹਾਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੁੰਦੀ ਹੈਗੀ। ਹੁਣ ਕਿਸੇ ਬੰਦੇ ਨੂੰ, ਹੁਣ ਆਪਣੇ ਪਹਿਲਾਂ ਗੱਲਾਂ ਅਸੀਂ ਕਰਦੇ ਹੁੰਦੇ ਸੀ ਕਿ ਕੁੜੀਆਂ ਨੂੰ ਅਪਰੋਚ ਨਹੀਂ ਕੀਤੇ, ਗੋਰੀਆਂ ਨੂੰ ਅਪਰੋਚ ਨਹੀਂ ਕਰਦੇ ਇੱਥੇ ਆਪਣੇ ਦੇਸੀ ਮੁੰਡੇ, ਵਿਸ਼ਵਾਸ ਨਹੀਂ ਹੁੰਦਾ ਹੈਗਾ। ਉਹ ਇਹ ਨਹੀਂ ਹੁੰਦਾ ਕਿ ਸਾਨੂੰ ਪਤਾ ਨਹੀਂ ਅਕਸੈਪਟ ਕਰੂਗੀ ਰਿਜੈਕਟ ਕਰੂਗੀ, ਉਹ ਵਿਸ਼ਵਾਸ ਆਪਣੇ ਆਪ 'ਚ ਕੌਨਫੀਡੈਂਸ ਹੀ ਨਹੀਂ ਇੰਨਾ ਹੁੰਦਾ ਕਿ ਅਸੀਂ ਗੱਲ ਕਰ ਲਈਏ ਜਾ ਕੇ।
ਪਰ ਉਹ ਵੇਟ ਕਰਦੀਆਂ ਨੇ ਹਾਂ ਕਿਉਂਕਿ ਉਹਨਾਂ ਨੂੰ ਪਤਾ ਵੀ ਇੱਥੇ ਦੇ ਬੰਦੇ ਕਿਹੋ ਜਿਹੇ ਨੇ ਤੇ ਇਹ ਬੰਦੇ ਕਲਚਰ ਵਾਲੇ ਨੇ, ਇਹਨਾਂ ਮੋਰਲ ਤੇ ਫੈਮਿਲੀ ਰਿਸਪੈਕਟ ਕਰਦੇ ਨੇ, ਉਹ ਆਪਣੇ ਬਸ ਅੱਖਾਂ 'ਚ ਹੀ ਖਾ ਜਾਂਦੇ ਨੇ। ਉਹ ਗੱਲ ਉਹੀ ਹੈ ਨਾ ਕਿ ਹੁਣ ਸਾਡੇ 'ਚ ਵਿਸ਼ਵਾਸ ਦੀ ਸਾਡੇ 'ਚ ਕਮੀ ਹੈ ਕਿ ਅਸੀਂ ਉਹ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਕਿ ਜੇ ਅਸੀਂ ਆਪਣੇ ਆਪ ਦੇ ਇੰਨਾ ਕੁ ਰੱਖੀਏ ਨਾ, ਜ਼ੋਰਤ ਰੱਖੀਏ ਜ਼ਰੂਰਤ। ਯਾਰ ਕੌਣ ਹੈ ਤੂੰ? ਬੰਦਾ ਹੀ ਹੈ। ਜੀ ਚਮੜੀ ਉਹ ਵੱਖਰੀ ਹੈ ਤੇਰੀ। ਹੁਣ ਵੀ ਛੱਡਦੇ ਨੇ ਆਪਣੇ ਪੰਜਾਬੀਆਂ ਕੋਲ ਵੀ ਇੰਨੀਆਂ ਟੌਪ ਦੀਆਂ ਗੱਡੀਆਂ ਨੇ, ਉਹ ਜਿਵੇਂ ਨਿਕਲਦੇ ਨੇ ਸਾਲੇ ਕਹਿੰਦੇ ਮੇਰੇ ਨਾਲ ਇੱਕ ਕੰਮ ਕਰਦਾ ਬੰਦਾ ਤੇ ਮੈਨੂੰ ਕਹਿੰਦਾ ਜਿੱਦਾਂ ਇੱਥੇ ਮੈਂਟੈਲਿਟੀ ਬਣੀ ਹੋਈ ਹੈ ਕਿ ਆਪਣੇ ਦੇਸੀ ਇੰਡੀਅਨਸ ਦੇ ਆਰ ਵਰਕਿੰਗ ਔਨ ਦਿਸ ਮਨੀ ਹੈ, ਰਾਈਟ, ਵਰਕਿੰਗ ਔਨ ਚੀਪ ਲੇਬਰ। ਯਾ And I said to him, and I said, you're born here, right? You're older than 50. And I said, you're born here, you're raised here, born and bred, white skin. I said, if you're gonna sit here and moan about Indian people, I said, you must have done you must have done something wrong in your life, a big time, that you are sitting here and talking about this shit. I said, I can understand ਕਿ ਤੂੰ ਮੈਂ ਸਮਝ ਸਕਦਾ ਕਿ ਤੈਨੂੰ ਲੱਗਦਾ ਹੈ ਕਿ ਸਾਡੇ ਦੇਸੀ ਘੱਟ ਪੈਸੇ ਕੰਮ ਕਰਦੇ ਆ, ਪਰ ਤੈਨੂੰ ਅੱਜ ਜੁਰਤ ਕਿਵੇਂ ਨਹੀਂ, ਮਤਲਬ ਤੈਨੂੰ ਅੱਜ ਇਹ ਲੋੜ ਕੀ ਪੈ ਗਈ ਕਿ ਤੂੰ ਇਹ ਗੱਲ ਕਰ ਰਿਹਾ? ਯਾ ਪੂਰੀ ਕਮਿਊਨਿਟੀ ਬਾਰੇ ਗੱਲ ਕਰਦਾ ਪਿਆ ਕਿ ਲਾਈਕ ਵਾਈ ਯੂ ਓਪਨਿੰਗ ਅਪ। ਸੜਿਆ ਵੀ ਨਹੀਂ ਕਿ ਤੁਸੀਂ ਇਹ ਵੇਖੋ ਕਿ ਅੱਜ ਤੂੰ ਲੈਵਲ ਤੇ ਪਹੁੰਚ ਹੀ ਨਹੀਂ ਪਾਇਆ 50-60 ਸਾਲ ਕੰਮ ਕਰਕੇ, ਤੇ ਤੈਨੂੰ ਇਹ ਕਹਿਣ ਦੀ ਲੋੜ ਪੈ ਗਈ ਕਿ ਅੱਜ ਹਾਂ ਆ ਦੇਸੀਆਂ ਨੇ ਟੇਕ ਓਵਰ ਕਰ ਲਿਆ ਕਿਉਂਕਿ ਘੱਟ ਪੈਸੇ ਦੇ ਕੰਮ ਕਰਦੇ। ਤੂੰ ਪਹਿਲੇ ਦਿਨ ਤੋਂ ਹੀ ਐਡਾ ਵੱਡਾ ਬੰਦਾ ਬਣਿਆ ਹੁੰਦਾ ਕਿ ਦੇਸੀ ਤੇਰੇ ਲਈ ਕੰਮ ਕਰਦੇ ਹੁੰਦੇ ਜਾਂ ਚੀਪ ਲੇਬਰ ਤੇਰੇ ਲਈ ਕੰਮ ਕਰਦੀ ਹੁੰਦੀ। ਸਹੀ ਗੱਲ ਆ। ਮੈਂ ਕਿਹਾ ਹੁਣ ਇਹ ਸੋਚ, ਜੇ ਚੀਪ ਲੇਬਰ ਦੇ ਕੰਮ ਕਰਦੇ ਵੀ ਹੈ ਤਾਂ ਮੈਂ ਇਹਨਾਂ ਦੀ ਗੱਡੀਆਂ ਵੇਖ ਜਾ ਕੇ, ਮੈਂ ਕਿਹਾ ਇਹਨਾਂ ਦੀ ਬਾਈਕਾਂ ਵੇਖ ਜਾ ਕੇ। ਹੁਣ ਮੈਂ ਜਾਂਦਾ ਕੰਮ ਤੇ, ਹੁਣ ਵੇਖਦੇ ਨੇ ਖੜੇ ਆ ਕੋਲ ਹੈਗੀਆਂ ਚੀਜ਼ਾਂ ਮੈਂ ਰੱਖੀ ਹੋਈ, ਹੁਣ ਵੇਖਦੇ ਨੇ ਅਗਲੇ, ਹੁਣ ਕਹਿੰਦੇ ਨੇ ਅਗਲੇ ਚਲੋ ਇਹ ਤਾਂ ਗੱਲ ਆ, ਅਗਲੇ ਹੁਣ ਵੇਖਦੇ ਆ ਕਿ ਵੰਨ ਸਵੰਨਾ ਉੱਥੇ ਹੁਣ ਜਦੋਂ ਆ ਪੋਡਕਾਸਟ ਦੀ ਵੀਡੀਓਜ਼ ਵੇਖਦੇ ਆ ਕਹਿੰਦੇ ਇਹ ਤਾਂ ਤੂੰ ਲੱਗਦਾ ਹੀ ਨਹੀਂ, ਪਰ ਹੁਣ ਜੋ ਹੈ ਉਹ ਹੈ ਜੋ ਹੈ। ਹੁਣ ਉੱਥੇ ਥੋੜੀ ਹੈ ਕਿ ਹੁਣ ਮੈਂ ਕਿਸੇ ਨੂੰ ਖੰਘਣ ਦੇਈਦਾ, ਮੇਰੇ ਕੋਲ ਆ ਕੇ ਅਗਲਾ ਕਿਸੇ ਦੀ ਗੱਲ ਜ਼ਰੂਰ ਕਰ ਸਕਦਾ ਹੈ ਕਿ ਹਾਂ ਉਹਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਉਹਨੂੰ ਬੋਲਣਾ ਨਹੀਂ ਆਉਂਦਾ, ਜੱਟ ਮੂਹਰੇ ਥੋੜੀ। ਨਹੀਂ ਕੋਈ ਜ਼ਰੂਰੀ ਨਹੀਂ ਹੁੰਦਾ ਇਹ ਇਹਨਾਂ ਨੂੰ। ਹੁਣ ਮੈਂ ਜਿੰਨਾ ਹੀ ਮੇਰਾ ਸਰਕਲ ਆ ਗੋਲਡ ਕੋਸਟ ਦੇ ਵਿੱਚ 95% ਗੋਰੇ ਨੇ। ਹੁਣ ਜਾਂ ਪੌਡਕਾਸਟ ਨੂੰ ਸੁਣਦੇ ਆ, ਉਹ ਗੋਰਿਆਂ ਨੂੰ ਪਤਾ ਵੀ ਪੌਡਕਾਸਟ ਕਰਦਾ ਜੀ, ਪਰ ਉਹ ਕਹਿੰਦੇ ਬ్రో ਹੁਣ ਤੂੰ ਗੱਲ ਜੋ ਕਰਦਾ ਸਾਨੂੰ ਸਮਝ ਨਹੀਂ ਲੱਗਦੀ ਜੀ। ਸਾਰਿਆਂ ਨੂੰ ਪਤਾ ਵੀ ਹੈਰੀ ਇਹਦੇ ਲਈ ਵੀ ਅਸੀਂ ਹੀਲਾ ਕਰ ਰਹੇ ਆ, ਇਹਦਾ ਹੀ ਕੋਈ ਸੱਪ ਕੱਢਾਂਗੇ ਸੱਪ ਕਿ ਇਹ ਵੀ ਥੋੜੇ ਜਿਹੇ ਸਬਟਾਈਟਲ ਅਸੀਂ ਕਰੀਏ ਕਿ ਵੀਰ ਜੀ ਨੂੰ ਬੜੇ ਵੱਡੇ ਰਿਕੁਐਸਟਾਂ ਕਰੋ, ਇਹਨੂੰ ਇਹਦੇ ਹੱਥ ਨੂੰ ਜੋੜੀਏ, ਇਹਦੇ ਪੈਰ ਪੂਰ ਘੁੱਟੀਏ ਇਹਦੇ ਕਿ ਸਬਟਾਈਟਲ ਪਾਇਆ ਕਰੇ ਵਿੱਚ। ਜਿਹੜੇ ਸਭ ਆਊਗਾ ਹੁਣ ਉਪਰਾਲੇ ਕਰਦੇ ਪਏ, ਦੇਖੋ ਜੀ AI ਜਿਹੜੀ ਆ ਟੇਕ ਓਵਰ ਕਰਦੀ ਪਈ ਆ, ਸਾਰਾ ਕੁਝ ਹੁੰਦਾ ਪਿਆ। ਬੰਦਿਆਂ ਕੋਲ ਜਿਹਨਾਂ ਕੋਲ ਸਕਿੱਲਸ ਆ ਉਹ ਵੀ ਬੰਦੇ ਵਿਚਾਰੇ ਇਨਸਿਕਿਉਰ ਹੁੰਦੇ ਪਏ ਕਿ AI ਨੇ ਟੇਕ ਓਵਰ ਕਰ ਜਾਣਾ, ਬਟ ਗੱਲ ਉੱਥੇ ਹੀ ਹੈ ਜਿਹਦੇ ਕੋਲ ਕੌਨਫੀਡੈਂਸ ਆ ਉਹਨੂੰ ਪਤਾ ਕਿ AI ਨੂੰ ਵੀ ਕਿੱਦਾਂ ਯੂਟਿਲਾਈਜ਼ ਕਰਕੇ ਉਹਨੂੰ ਕੀ ਬਣਾ ਦੇਣਾ ਉਤੋਂ ਤੇ ਕਿੱਦਾਂ ਰਿਪਰੈਜ਼ੈਂਟ ਕਰਨਾ। ਸਹੀ ਗੱਲ, ਇਟਸ ਆਲ ਅਬਾਊਟ ਕੌਨਫੀਡੈਂਸ। ਜੀ ਮੈਂ ਅੱਜ ਤੱਕ ਕਦੇ ਕਿਸੇ ਬੰਦੇ ਤੋਂ ਮੈਂ ਈਰਖਾ ਨਹੀਂ ਖਾਧੀ ਬਰੋ। ਮੈਂ ਕਦੇ ਬੰਦੇ ਕਿਸੇ ਤੋਂ ਨਾ ਮੇਰੇ 'ਚ ਇਹਨਾਂ ਵਿਸ਼ਵਾਸ ਇੰਨਾ ਹੈ ਮੈਨੂੰ ਆਪਣੇ ਆਪ ਤੇ ਕਿ ਜੇ ਮੈਂ ਨਾ ਹੁਣ ਕਿਸੇ ਲਈ ਮੈਂ ਕੰਮ ਕਰਦਾ ਤੇ ਮੈਂ ਕਹਿੰਦਾ ਕਿ ਯਾਰ ਫਸਟ ਆਫ ਆਲ ਇਟਸ ਮਾਈ ਫੋਲਟ ਦੈਟ ਆਮ ਵਰਕਿੰਗ ਦੇਅਰ ਜੀ, ਬਿਕੋਜ਼ I'm still not able to do something in my life to that extent that I'm still working here. But ਉਹਦਾ ਮਤਲਬ ਇਹ ਥੋੜੀ ਹੈ ਕਿ I'm gonna be jealous of the person. ਉਹਨੇ ਪੰਗਾ ਲੱਤਾ ਰਾਈਟ। ਹੁਣ ਇਹ ਗੱਲ ਮੈਂ ਕਈਆਂ ਨੂੰ ਕਹਿਣਾ ਹੁੰਦਾ, ਕਈ ਉੱਥੇ ਸਾਡੇ ਡਰਾਈਵਰ ਆ, ਕਈ ਉੱਥੇ ਸਾਡੇ ਕੰਮ ਕਰਨ ਵਾਲੇ ਵੀ ਕੰਮ ਹੋਰ ਵੀ ਹੈ ਕੰਮ ਕਰਨ ਵਾਲੇ, ਤੇ ਉਹਨਾਂ ਨੂੰ ਮੈਂ ਕਹਿਣਾ ਹੁੰਦਾ ਕਿ look, why are you getting so offended for doing this or that? You are working here because you don't have any other option. You know, I'm your boss and you are working under me because you didn't do anything in your life. And it's as simple as that, you know. You have to do things in your life to get to the level, and then you can talk about other people. You know what I feel? Confidence ਕੀ ਆ, ਜਿੱਦਾਂ ਤੁਸੀਂ ਵੀ ਕਿਹਾ ਕਿ it's all about like, you know, being secure within yourself. ਮੈਂ ਵੀ ਇਹਨੂੰ ਇਦਾਂ ਲੈਣਾ, ever since I understood this concept of having confidence. First thing, if you don't have, just fake it. And once you're gonna fake it, it's gonna be your personality, part of your personality. And ਦੂਜੀ ਚੀਜ਼ ਇਹ ਕਿ ਆਪਣੇ ਆਪ ਦੇ ਵਿੱਚ ਹਮੇਸ਼ਾ ਇਹ ਵਿਸ਼ਵਾਸ ਰੱਖਣਾ, doesn't really matter, ਜਿੱਦਾਂ ਦੀ ਮਰਜ਼ੀ ਸਿਚੁਏਸ਼ਨ 'ਚ ਮੈਨੂੰ ਸੁੱਟ ਦਿਓ, I'm always gonna, you know, handle it. I got it.
it's always gonna be like that. You can't just say ਨਹੀਂ ਆਪ blame ਨਹੀਂ ਕਰੀ ਜਾਓ ਨਹੀਂ ਯਾਰ ਮੈਂ ਤਾਂ ਪੰਜਾਬੀ ਆ ਮੈਂ ਇਦਾਂ ਜਾਂ ਮੈਂ ਇਦਾਂ ਕਦੇ ਨਹੀਂ 100%. doesn't really matter. Just life is gonna put you in different situations, bro. You've been through a lot, I've been through a lot. And if you don't have confidence, you're definitely gonna lose up, and people who have higher confidence than you, they're gonna look up to you as a loser. Yeah. So ਇਹੀ ਚੀਜ਼ ਆ ਮੈਂ ਜਿੱਦਾਂ ਸਮਝਦਾ ਕਿ ਲਾਈਕ ਯੂ نو ਡਸਨਟ ਰੀਲੀ ਮੈਟਰ ਜੋ ਮਰਜ਼ੀ ਹੋਵੇ ਮੇਰੇ ਲਈ ਪਹਿਲੀ ਚੀਜ਼ ਤਾਂ ਇਹ ਹੈ ਕਿ ਮੈਂ ਸਮਝਦਾ ਕਿ ਮੈਨੂੰ ਸਾਲਾ ਡਰ ਕਿੱਥੋਂ ਲੱਗਦਾ what I'm scared of ਤੇ ਜਿੱਥੋਂ ਡਰ ਲੱਗਦਾ if I'm gonna approach that thing in a right way and I'll do it ਮੈਨੂੰ ਪਤਾ ਵੀ ਹੈ ਕਿ ਮੈਨੂੰ ਕੁਛ ਨਹੀਂ ਆਉਂਦਾ ਇਸ ਚੀਜ਼ ਬਾਰੇ but I'm still gonna do it ਉਹਨਾਂ ਹੋਣਾ ਕੀ ਆ ਮੇਚੋ ਜਿਹੜੀ ਹਿੱਟ ਕਰਨ ਦੀ ਇੱਕ ਉਹਨਾਂ ਇਮੋਸ਼ਨ ਹੁੰਦਾ ਹਿੱਟ ਕਰਨ ਦਾ ਵੀ ਇੱਕ ਨਾ ਸਾਲੇ ਅੰਦਰ ਘੁੰਮਦੇ ਰਹਿੰਦੇ ਆ ਜਦ ਕਰੀਏ ਹਾਂਜੀ ਹਾਰਮੋਨਸ ਦੇ ਉਹ ਇੱਕ ਕੈਪੇਬਿਲਿਟੀ ਆ ਜਾਣੀ ਆ ਐਂਡ ਵੈਨ ਯੂ ਹੈਵ ਦੈਟ ਯੂ ਆਲਵੇਜ਼ ਕੈਨ ਹਿੱਟ ਐਵਰੀ ਸਿੰਗਲ ਥਿੰਗ ਵਟ ਐਵਰ ਇਜ਼ ਕੈਨ ਕਮ ਟੂ ਯੂ ਤੇ ਕੌਨਫੀਡੈਂਸ ਦਾ ਮੈਂ ਕਹਿੰਦਾ ਵੀ ਜਿਹੜਾ ਪੂਰਾ ਪਰਸਪੈਕਟਿਵ ਆ ਜਾਂ ਇਹਦਾ ਸਿਸਟਮ ਆ ਉਹ ਹੈਗਾ ਹੀ ਇਹ ਆ ਕਿ ਜਿੱਥੇ ਮਰਜ਼ੀ ਤੁਹਾਨੂੰ ਸੁੱਟ ਦਿਓ ਯੂ ਗੋਨਾ ਮੇਕ ਇਟ acceptance ਹੋਣੀ ਜ਼ਰੂਰੀ ਹੈ ਵੀ you need to accept the situation accept yourself fully and that's when you need to like you fucking go all in you don't need to worry about nobody right and ਉਹੀ ਗੱਲ ਕਿ ਵੀ ਜੋ ਮਰਜ਼ੀ ਤੁਹਾਡੇ ਅੱਗੇ ਸੁੱਟ ਦਿਓ you always gonna do it ਜਿੱਦਾਂ ਪੀਜੇ ਪਾ ਹਰ ਵਾਰੀ ਕਹਿੰਦਾ ਹੁੰਦਾ ਕਿ ਸਾਲਾ ਮੈਨੂੰ ਜਿੱਥੇ ਮਰਜ਼ੀ ਸੁੱਟ ਦਿਓ ਮੈਂ ਹਰ ਵਾਰੀ ਨਿਕਲ ਆਉਂਗਾ ਤੇ ਮੈਂ ਨਾ ਇਹ ਮੇਰੇ ਦੋਨੋਂ ਵੱਡੇ ਵੀ ਰਹੇ ਮੈਂ ਇਹਨਾਂ ਤੋਂ ਹਮੇਸ਼ਾ ਇੰਪ੍ਰੈਸ ਹੁੰਦਾ ਕਿ bro like how do you like you know keep up yourself ਉਹ ਭਾਵੇਂ ਦੇਖਦਾ ਉਹਨੇ ਆਲਰੇਡੀ ਐਕਸਪਲੇਨ ਕਰਦਾ ਮੈਂ ਕੱਪੜੇ ਵਨ ਸਪੁੰਨੇ ਪਾਉਣਾ ਬਟ ਲਾਈਕ ਦਾ ਵੇ ਬ్రో ਯੂ ਕੈਰੀ yourself it reflects confidence even though ਮੈਂ ਤੁਹਾਡੇ ਨਾਲ ਗੱਲ ਵੀ ਨਹੀਂ ਕੀਤੀ ਪਰ ਉਹ ਮੈਨੂੰ ਦੇਖ ਕੇ ਪਤਾ ਲੱਗ ਜਾਂਦਾ ਇਹ ਬੰਦਾ confidence ਦੇ ਵਿੱਚ ਹੈ ਨਹੀਂ look ਮੈਂ ਤਾਂ from day one this is you said you fake it till you make it you know ਮੈਂ ਇਹ ਚੀਜ਼ ਦਾ ਬੜਾ ਵੱਡਾ ਫੈਨ ਹੈ ਇਸ ਚੀਜ਼ ਦਾ ਬੜਾ ਵੱਡਾ ਮੈਂ ਇਹ ਚੀਜ਼ ਨੂੰ ਅਡੈਪਟ ਕੀਤਾ ਹੋਇਆ ਬਹੁਤ ਟਾਈਮ ਤੋਂ that is why I always wear stuff whatever I wear you know ਮੈਨੂੰ ਚੰਗਾ ਨਹੀਂ ਲੱਗਦਾ ਕੋਈ ਮੇਰੇ ਕੰਨੀ ਵੇਖੇ ਤੇ ਮੈਨੂੰ ਕਹੇ ਕੋਈ ਕਿ ਯਾਰ ਇਹਨੂੰ ਤਾਂ ਆ ਵੀ ਨਹੀਂ ਪਤਾ ਤੇ ਆ ਵੀ ਨਹੀਂ ਪਾਉਣਾ ਆਉਂਦਾ ਤੇ ਅਗਲਾ ਕੋਈ ਵੇਖੇ ਮੇਰੇ ਕੰਨੀ ਤੇ ਕਹੇ ਯਾਰ ਇਹ ਬੰਦਾ ਕੁਛ ਹੋਣਾ ਆ ਜਿਹੜਾ ਇੱਦਾਂ ਡਰੈਸ ਕਰਦਾ ਆ ਇਹ ਬੰਦਾ ਕੁਛ ਇੱਦਾਂ ਜਾਂ ਇੱਥੇ ਖਾਂਦਾ ਕਿ ਇਹਦੇ ਵਿੱਚ ਕੁਛ ਨਾ ਕੁਛ ਗੱਲ ਹੋਣੀ ਆ right you have to fake it you know you have to fake it 101% right because if you're not faking it you know you don't know how it feels to be look like that person right I have people in my life who I look up to right you know ਮੈਂ ਉਹਨਾਂ ਦੀ body language ਵੇਖਦਾ ਆ and their body language is beautiful you know it's beautiful the way they dress the way they talk it reflects a class bro the way they just walk around you know the way they drive their car you know it just looks they look so confident in doing that and you know and I'm like am I even doing it right and that kind of things comes to my mind ਕਿ ਯਾਰ ਜੇ ਮੈਂ ਫੇਕ ਵੀ ਕਰਾਂ ਤਾਂ ਮੈਂ ਕੀ ਲੈਵਲ ਤੱਕ ਕਰ ਪਾ ਰਿਹਾ like you know that kind of stuff you know ਮੈਨੂੰ ਇਹ ਬੜੀ ਪਹਿਲੇ ਦਿਨ ਤੋਂ ਮੈਂ ਆਪਣੇ I'm gonna take it back to ਪੰਜਾਬ ਮੇਰਾ ਡੈਡ ਸੀਗੇ I have seen my dad wearing his uniform ਜਿਹੜੀ ਪੁਲਿਸ ਦੀ ਵਰਦੀ ਹੁੰਦੀ ਸੀਗੀ ਮੇਰੇ ਡੈਡ ਨੇ ਉਹ ਇੰਨੇ ਕੁ ਪਿਆਰ ਨਾਲ ਵਰਦੀ ਪਾਉਂਦਾ ਹੁੰਦਾ ਸੀ ਨਾ ਮੇਰਾ ਡੈਡ ਬ్రో ਮੈਨੂੰ ਉਹਨੂੰ ਲੱਗਦਾ ਸੀ ਕਿ ਯਾਰ ਬੰਦੇ ਨੂੰ ਪਿਆਰ ਹੈ ਇਹਦੀ ਵਰਦੀ ਨਾਲ ਉਹ ਜਦੋਂ ਵਰਦੀ ਜੱਚਦੀ ਸੀਗੀ ਫਿਰ ਮੇਰੇ ਡੈਡ ਦੇ ਉੱਪਰ ਮੈਨੂੰ ਲੱਗਦਾ ਸੀ ਕਿ ਯਾਰ ਜਦੋਂ ਫਿਰ ਡੈਡ ਤੁਰਦਾ ਸੀ ਨਾ ਲੱਤਾਂ ਬਾਹਾਂ ਹਿਲਾ ਕੇ ਪੂਰੀ ਹੈ ਨਾ ਉਹ ਫਿਰ ਉਹ ਉਦੋਂ ਲੱਗਦਾ ਹੈ ਕਿ ਯਾਰ look at this confidence look at this attitude only this man can walk the talk you know ਉਹ ਤੇਰੇ ਮੇਰੇ ਵਰਗੇ ਦੇ ਵਿੱਚ ਨਹੀਂ ਆ ਸਕਦੀ ਉਹ ਚੀਜ਼ ਜਦੋਂ ਇੱਕ ਕੱਪੜਾ ਪਾਉਣਾ ਤੇ ਫਿਰ ਮੈਂ ਇੱਥੇ ਬੜੇ ਲੋਕ ਵੇਖੇ ਆ ਅਸੀਂ ਮੈਨੂੰ ਨਾ ਮੈਂ ਪਰਮਾਤਮਾ ਦਾ ਸ਼ੁਕਰ ਹੈ ਕਿ ਜੇ ਇਹੋ ਜਿਹੇ ਲੋਕਾਂ ਨਾਲ ਘੁੰਮਣ ਦਾ ਮੌਕਾ ਮਿਲਿਆ ਜਿੱਥੋਂ ਮੈਂ ਬਹੁਤ ਕੁਛ ਸਿੱਖ ਸਕਿਆ ਉਹ ਲੋਕਾਂ ਕੋਲ ਕੱਪੜਾ ਹੈਗਾ ਉਹ ਲੋਕਾਂ ਕੋਲ ਪੈਸਾ ਹੈਗਾ but they can't carry it they don't know how to carry it it's very important to carry what you are trying to look or fake or whatever not right I have seen people wearing expensive clothes you know Rolexes and driving Lamborghinis and having big houses but they don't fucking know how to carry it money can't buy class you need to be on the top of your game you know you need to understand that
by just wearing stuff or the way you are talking. No, at end of the day, if you go back home and you look like a loser to yourself, you know, and you have been faking it all day and you have got tired by faking it, and you went home and you got so exhausted. But then that is not even good. That's you are draining yourself. Yeah, you're draining yourself. Big Right? time. You are draining yourself. This is not good. Confidence that comes from within, right? That's number one. But if you don't have the confidence, मैं कहना अपने आप पे work करो. Right? ਓਕੇ ਸੌਰੀ ਟੂ ਇੰਟਰਰਪਟ ਯੂ। ਹੁਣ ਇਹ ਤਾਂ ਹੋ ਗਈ ਆਪਣੀ ਵੀ ਆਪਾਂ ਇੰਟਰੋਡਕਸ਼ਨ ਦੇਤੀ ਪੂਰੀ ਕੌਨਫੀਡੈਂਸ ਦੀ ਸਾਰਾ ਕੁਝ ਕਰਤਾ। ਮੈਂ ਕਹਿੰਦਾ ਕਿ ਆਡੀਅנס ਜਿਹੜੀ ਆਪਾਂ ਨੂੰ ਸੁਣਦੀ ਪਈ ਹੈ ਨਾ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਮਝ ਲੱਗੇ। ਇਹਨੂੰ 3 ਕੈਟਾਗਰੀਜ਼ ਦੇ ਵਿੱਚ ਆਪਾਂ ਨਾ ਕਰਦੇ ਆਂ ਵੰਡਦੇ ਹਾਂ। ਪਹਿਲੀ ਕੈਟਾਗਰੀ ਆ ਗਈ ਕੱਪੜਿਆਂ ਨੂੰ ਕਿ ਹਾਊ ਯੂ ਗੋਨਾ ਯੂਜ਼ ਟੈਂਜੀਬਲ ਥਿੰਗਸ। ਟੈਂਜੀਬਲ ਹੋ ਕੇ ਕੱਪੜੇ ਜਿਹਨਾਂ ਨੂੰ ਟੱਚ ਕਰ ਸਕਦੇ ਹੋ ਤੁਸੀਂ ਪੀਜੇ ਵੀਰੇ ਕਿਉਂਕਿ ਤੁਸੀਂ ਲਾਈਕ ਯੂ ਨੋ ਹਾਊ ਟੂ ਡਰੈਸ ਅਪ ਐਂਡ ਡੂ ਆਲ ਦੋਸ ਥਿੰਗਸ ਯੂ ਹੈਵ ਗੁੱਡ ਐਕਸਪੀਰੀਅੰਸ ਇਨ ਦੈਟ ਸੋ ਯੂ ਗੋਨਾ ਟਾਕ ਅਬਾਊਟ ਦੈਟ। ਅਤੇ ਤੁਸੀਂ ਉਹਦੇ 'ਤੇ ਆਪਾਂ ਬਾਅਦ 'ਚ ਆਉਂਦੇ ਜੇ ਵੀ ਕਿੱਦਾਂ ਆਪਾਂ ਡਰੈਸ ਅਪ ਹੋਈਏ ਜਿੰਨਾ ਕੌਨਫੀਡੈਂਸ ਆਵੇ। ਬਾਕੀ ਹੈਰੀ ਵੀਰ ਜੀ ਤੁਹਾਡੀ ਜਿਹੜੀ ਚੀਜ਼ ਆ ਨਾ ਇੱਕ ਬਹੁਤ ਇੰਪ੍ਰੈਸਿਵ ਆ। ਕਮੈਂਟਸ ਵੀ ਆਏ ਆ ਲਾਈਕ ਦ ਵੇ ਯੂ ਟਾਕ is intangible skill that you have a voice which reflects confidence. You tell me ਕਿ ਜੇ ਉਹ ਬੰਦਾ ਕੋਈ ਹੈਗਾ ਵੀ ਗੱਲ ਕਰਦਾ ਪਿਆ ਉਹ ਆਪਣੀ ਬੋਲਣ ਦੇ ਤਰੀਕੇ ਨੂੰ ਕਿੱਦਾਂ ਯੂਟੀਲਾਈਜ਼ ਕਰੇ ਕਿ ਉਹਦਾ ਕੌਨਫੀਡੈਂਸ ਚੱਲ ਕੇ ਲਾਈਕ ਯੂ ਹੈਵ ਅ ਡੀਪ ਵੌਇਸ ਬ੍ਰੋ। ਜਿਹਨੂੰ ਆਪਾਂ ਜਦੋਂ ਪਹਿਲਾ ਪੋਡਕਾਸਟ ਸ਼ੁਰੂ ਕੀਤਾ ਸੀ ਨਾ ਉਹ ਦੇਖਣ ਤੋਂ ਬਾਅਦ ਮੈਂ ਲੋਕਾਂ ਨੂੰ ਨਾ ਜਦੋਂ ਮੈਂ ਆਪਣੇ ਫਰੈਂਡ ਸਰਕਲ ਦੇ ਵਿੱਚ ਗੱਲ ਕੀਤੀ ਉਹ ਕਹਿੰਦੇ ਹੈਰੀ ਇੱਦਾਂ ਦਾ ਬੰਦਾ ਸਾਨੂੰ ਲੱਗਦਾ ਕਿ ਜਦੋਂ ਗੱਲ ਕਰੂਗਾ ਕੁਛ ਤਕੜੀ ਕਰੂਗਾ ਵੀ ਜਦੋਂ ਮੂੰਹ ਖੋਲੂਗਾ ਨਾ ਇਹ ਕਿਉਂਕਿ ਇਹਦੀ ਆਵਾਜ਼ ਵੀ ਉਦਾਂ ਦੀ ਆ ਐਂਡ ਦਾ ਵੇ ਹੀ ਸੀਟਿੰਗ ਲਾਈਕ ਹੀ ਇਜ਼ ਲਾਈਕ ਸੈਂਟਰ ਆਫ ਅਟਰੈਕਸ਼ਨ ਬ్రో। ਜੀ 100%। ਤਾਂ ਹੀ ਤਾਂ ਮੈਂ ਲਾਲ ਪਿਆ ਮੈਂ ਦੋ ਚਿੱਟੇ ਹੋ ਗਏ ਤੇ ਮੈਂ ਕਿਹਾ ਤੀਜੇ ਨੂੰ ਜੀ ਨਹੀਂ ਖਾਣਾ। ਇਹ ਕੀ ਚੀਜ਼ ਆ ਤੁਸੀਂ ਇਹਦੇ ਉੱਤੇ ਗੱਲ ਕਰਨੀ ਕਿ ਆਪਣਾ ਜਿਹੜਾ ਇੰਟੈਂਜੀਬਲ ਪਾਰਟ ਆ ਉਹਨੂੰ ਕਿੱਦਾਂ ਕੰਮ ਕਰੀਏ ਤੇ ਮੈਂ ਬਾਅਦ ਦੇ ਵਿੱਚ ਲੋਕਾਂ ਨੂੰ ਦੱਸੂਗਾ ਕਿ ਲਾਈਕ ਇਫ ਯੂ ਡੋਨਟ ਹੈਵ ਵਨ ਹਾਊ ਯੂ ਕੈਨ ਫੇਕ ਅਪ ਓਕੇ ਤੁਹਾਨੂੰ ਕਿੱਦਾਂ ਤੁਸੀਂ ਇਨਵਿਜ਼ਨ ਕਰ ਸਕਦੇ ਹੋ ਤਾਂ ਕਿ ਉੱਦਾਂ ਦੇ ਤੁਸੀਂ ਬਣ ਜਾਓ ਬਾਈ ਯੂਜ਼ਿੰਗ your clothes, you know, by using your voice as a projection. So ਹੈਰੀ ਵੀਰ ਜੀ ਤੁਸੀਂ ਦੱਸੋ ਹੁਣ ਕਿ ਆਪਣੀ ਵੌਇਸ ਨੂੰ ਕਿੱਦਾਂ ਤੁਸੀਂ ਪ੍ਰੋਜੈਕਟ ਕਰਦੇ ਹੋ is it just your natural part? ਇਹ ਨੈਚੁਰਲ ਤਾਂ ਨਹੀਂ ਜਿਹੜੀ ਵੌਇਸ ਹੈ ਨਾ ਜੇ ਜਿੰਨੀ ਡੀਪ ਹੋਊਗੀ ਤੇ ਜਿੰਨੀ ਤੁਸੀਂ ਸਲੋ ਗੱਲ ਕਰੋਗੇ ਤੇ ਜਿਹੜੇ ਬੰਦੇ ਨਾਲ ਤੁਸੀਂ ਗੱਲ ਕਰਦੇ ਉਹਨੂੰ ਸਮਝ ਲੱਗੇਗਾ ਇਟ ਐਵਰੀਥਿੰਗ ਇਜ਼ ਕੋਰਿਲੇਟਡ ਜੀ। ਹੁਣ ਜੇ ਤੁਸੀਂ ਕਈ ਵਧੀਆ ਸਕਸੈਸਫੁਲ ਲੋਕਾਂ ਨੂੰ ਦੇਖੋ ਪੋਡਕਾਸਟ ਸੁਣੋ ਜਿਹੜਾ ਵੀ ਕੌਨਫੀਡੈਂਟ ਬੰਦਾ ਹੋਊਗਾ ਨਾ ਉਹਦੀ ਆਵਾਜ਼ ਮੋਸਟਲੀ 80% 85 ਇਜ਼ ਗੋਇੰ ਟੂ ਬੀ ਸਟਰੋਂਗ ਐਂਡ ਹੈਵੀ ਕਿਉਂਕਿ ਉਹਨੂੰ ਪਤਾ ਵੀ ਮੈਂ ਕੌਣ ਆ ਰਾਈਟ ਹੀ ਨੋ ਹੀ অর ਸ਼ੀ ਨੋ ਲਾਈਕ ਸ਼ੀ ਤਾਂ ਨਹੀਂ ਕਹਿ ਸਕਦੇ ਆਪਾਂ ਕੁੜੀਆਂ ਨਹੀਂ ਬੰਦੇ ਦੇ ਵਿੱਚ ਬੰਦੇ ਪਤਾ ਲੱਗਦਾ ਹਾਂ ਵੀ ਜੁਰਤ ਨਾਲ ਗੱਲ ਕਰਦਾ ਵੀ ਉਹ ਨਾਲੇ ਉਹ ਭਾਵੇਂ ਕਹਿੰਦੇ ਆ ਕੀ ਪੰਜਾਬੀ 'ਚ ਕਹਿੰਦੇ ਤੁਰਨਾ ਮੜਕ ਦੇ ਨਾਲ 2 ਪੈਰ ਘੱਟ ਤੁਰਨਾ ਉਹ ਕਹਿੰਦੇ ਨਾ ਭਾਵੇਂ ਤੁਸੀਂ ਬੋਲੋ ਘੱਟ ਸੁਣੋ ਜ਼ਿਆਦਾ ਪਰ ਜਦ ਬੋਲੋ ਤਾਂ ਬੰਦਾ ਅਗਲਾ ਸੁਣੇ ਵੀ ਹਾਂ ਵੀ ਆਹ ਬੰਦੇ ਨੇ ਗੱਲ ਸਹੀ ਕੀਤੀ ਆ ਰਾਈਟ ਕਿਉਂਕਿ ਜੇ ਆਪਾਂ ਮੇਰੀ ਬਹੁਤ ਵੱਡੀ ਡਿਸਐਡਵਾਂਟੇਜ ਆ ਕਈ ਵਾਰੀ ਮੈਂ ਸੁਣਦਾ ਨਹੀਂ ਹੁੰਦਾ ਇਹ ਚੀਜ਼ ਮੈਂ ਵੈਰੀ ਮਤਲਬ ਨਾ ਪ੍ਰੀਕਾਸ਼ਨਸ ਦਾ ਹੁਣ ਜੇ ਕੋਈ ਗੱਲ ਕਰ ਰਿਹਾ ਕੋਈ ਜੇ ਕਈ ਮੇਰਾ ਨਹੀਂ ਬੋਲਣ ਦਾ ਹੁੰਦਾ ਨਾ ਮੈਂ ਨਹੀਂ ਬੋਲਦਾ ਪਰ ਉਹੀ ਆਪਾਂ ਨੂੰ ਕਮੈਂਟਸ ਪਰਸਨਲ ਡੀਐਮ 'ਚ ਗਏ ਵੀ ਹੈਰੀ ਕਿਉਂ ਨਹੀਂ ਬੋਲਦਾ ਵੀ ਸੁਣਦਾ ਹੀ ਰਹਿੰਦਾ ਉਹ ਕਈ ਵਾਰ ਮੈਨੂੰ ਚੰਗਾ ਲੱਗਦਾ ਵੀ ਆਪਣੇ ਬੰਦਿਆਂ ਨੂੰ ਸੁਣ ਰਿਹਾ। ਤੇ ਜਿਹੜੀ ਵੌਇਸ ਦੀ ਗੱਲ ਹੈ ਇਹਦੀ ਵੀ ਮੈਂ ਕਈ ਵਾਰੀ ਕੋਚਿੰਗ ਵੀ ਲੈਂਦਾ ਹੁੰਦਾ ਕਮਿਊਨੀਕੇਸ਼ਨ ਹੈ ਨਾ ਵੀ ਤੁਸੀਂ ਕਿਵੇਂ ਕਮਿਊਨੀਕੇਟ ਕਰਦੇ ਕਿਉਂਕਿ ਜਦ ਜਿਹੜੀ ਕਮਿਊਨੀਕੇਸ਼ਨ ਸਕਿੱਲ ਆ ਇਹ ਬਹੁਤ ਇੰਪੋਰਟੈਂਟ ਆ ਜੀ ਠੀਕ ਆ। ਤੇ ਇੱਕ ਇਹ ਵੌਇਸ ਹੀ ਆ ਜਿਹੜੀ ਐਵਰੀਥਿੰਗ ਕੈਨ ਮੇਕ ਇਟ অর ਬ੍ਰੇਕ ਇਟ ਜੀ। ਜਦ ਹੁਣ ਤੂੰ ਗੱਲ ਕਰਦਾ ਉਹ you look up to some people you also look the way like they carry themselves also the way they talk talking ਉਹਦੇ ਵਿੱਚ ਜਦ ਉਹਨੇ ਬਾਰੇ ਗੱਲ ਕਰਤੀ ਬੰਦੇ ਨੇ ਕਿਹਾ ਹਾਂ ਵੀ ਯਾਰ ਗੱਲ ਤਾਂ ਭਾਵੇਂ ਗਲਤ ਕਰਦੇ ਪਏ ਹਾਂ ਪਰ ਜਿਹੜੇ ਉਹਨੇ ਕੌਨਫੀਡੈਂਟ ਹੋ ਕੇ ਗੱਲ ਕਰਤੀ ਭਾਵੇਂ ਉਹਨੇ ਗੱਲ ਅੱਖਰ ਦੋ ਹੀ ਗਏ ਹੁਣ ਤੈਨੂੰ ਵੀ ਸਮਝ ਲੱਗ ਜਾਣੀ ਦੂਜੇ ਨੂੰ ਵੀ ਸਮਝ ਲੱਗ ਹਾਂ ਵੀ ਬੰਦੇ ਨੇ ਗੱਲ ਕਰੀ ਹੈ ਚੁੱਪ ਕਰ ਦਿਓ। ਸਹੀ ਗੱਲ ਹੈ ਇਹ ਨਾ ਮੈਂ ਐਡ ਆਨ ਕਰਦਾ ਇਹਦੇ ਵਿੱਚ ਜਦੋਂ ਗੱਲ ਕੀਤੀ ਕਿ ਬੋਲਣ ਦੀ ਹੈ ਨਾ ਬ్రో ਮੈਨੂੰ ਲੱਗਦਾ ਕਿ ਸਭ ਨੂੰ ਜ਼ਰੂਰੀ ਸਕਿੱਲ ਹੈ ਬੋਲਣ ਵਾਲਾ ਕਿਉਂਕਿ ਨਾ ਮੈਂ I was talking about you that I want to talk about joy ਹੈ you know ਜਬਾੜਾ ਬੋਲਣਾ ਇਹ ਬ్రో ਇਹ ਸਭ ਨਾਲੋਂ ਪਾਵਰਫੁਲ ਟੂਲ ਆ
ਸਭ ਨਾਲੋਂ ਪਾਵਰਫੁਲ ਪਾਰਟ ਹੀ ਆ ਆਪਣੀ ਬੋਡੀ ਦਾ। ਇਹ ਮੈਂ ਤੁਸੀਂ ਇਹ ਵੇਖੋ ਕਿ ਜਦੋਂ ਬੰਦੇ ਨੂੰ ਕੋਈ ਗੁੱਸਾ ਆਉਂਦਾ ਤਾਂ ਬੰਦਾ ਕਰਦਾ, ਹਾਂ, ਦੰਦ ਘੁੱਟਦਾ ਬੰਦਾ ਕਹਿੰਦਾ ਕਿ ਯਾਰ ਮੇਰੇ ਮੋਢਿਆਂ ਦੇ ਭਾਰ ਆ, ਮੋਢਿਆਂ ਦੇ ਭਾਰ ਨਹੀਂ ਹੈਗਾ, ਜਬਾੜੇ ਦੇ ਭਾਰ ਆ, ਬੋਲਣ ਤੇ ਭਾਰ ਆ, ਕੀ ਬੋਲੇਗਾ ਤੂੰ, ਸੋਚ ਸਮਝ ਕੇ ਬੋਲੀ, ਜ਼ਿਆਦਾ ਨਾ ਬੋਲੀ। ਅੱਛਾ ਮੈਂ ਬੋਲਤਾ ਸੀਗਾ ਤਾਂ ਇਹ ਹੋਇਆ। ਤੁਸੀਂ ਗੱਲ ਕਰਦੇ ਹੋ ਕੌਨਫੀਡੈਂਸ ਦੀ, ਤੁਸੀਂ ਇਹ ਸੋਚੋ ਕਿ ਬੋਲਣਾ ਇਕੱਲਾ, ਮੈਂ ਬ్రో ਇਹ ਚੀਜ਼ ਬਾਰੇ ਤਾਂ ਮੈਂ ਇੱਕ ਡਿਫਰੈਂਟ ਐਪੀਸੋਡ ਕਰਨਾ ਚਾਹੁੰਦਾ ਇਸ ਚੀਜ਼ ਬਾਰੇ। ਕਰਾਂਗੇ, ਤੁਸੀਂ ਸੇਵ ਰੱਖੋ ਇਹਨੂੰ ਹਲੇ। ਜਦੋਂ ਬੰਦਾ ਬੋਲਦਾ ਨਾ ਉਹਦੇ ਜੋ ਉਹ ਜਦੋਂ ਉਹ ਕੌਨਫੀਡੈਂਸ ਹੁੰਦਾ, ਜਦੋਂ ਉਹ ਹੁੰਦਾ ਕਿ ਹਾਂ ਮੈਨੂੰ ਪਤਾ ਹੈ ਚਾਹੇ 2 ਲਫ਼ਜ਼ ਘੱਟ ਹੀ ਬੋਲਾਂ ਪਰ ਜੋ ਮੈਂ ਬੋਲੂੰਗਾ ਔਨ ਦਾ ਸਪੌਟ ਹੋਊਗਾ। ਅੱਛਾ ਜੇ ਬੰਦੇ ਕੋਲ ਕੁਛ ਹੈਗਾ ਆ, ਬੰਦਾ ਇਜ਼ ਅ ਮਿਲੀਅਨਰ, ਬੰਦਾ ਹੈਜ਼ ਮਨੀ, ਬੰਦਾ ਹੈਜ਼ ਕਲਾਸ, ਬ్రో ਉਹ ਤਾਂ ਫਿਰ ਉਹਦੇ ਕੋਲ ਆਪਣੇ ਆਪ ਹੀ ਆ ਜਾਂਦਾ ਆ। ਉਹਨੂੰ ਕੁਛ ਕਰਨ ਦੀ ਲੋੜ ਨਹੀਂ, ਉਹਨੂੰ ਜਾ ਕੇ ਕੁਛ ਲੈਸਨਸ ਲੈਣ ਦੀ ਲੋੜ ਨਹੀਂ, ਉਹ ਲਾਈਫ ਹੀ ਉਹਦਾ ਇਹੋ ਜਿਹਾ ਲੈਸਨ ਬਣ ਜਾਂਦੀ ਹੈ ਜਿਹੜਾ ਉਹਨੂੰ ਸਾਰਾ ਕੁਝ ਬੈਂਕ ਅਕਾਊਂਟ ਹੀ ਦੱਸ ਨਹੀਂ ਸੀ। No, I have example for that, bro. Have you watched Mukesh Ambani's son? ਜਿਹੜਾ ਪਾਉ ਜੀ। Do you think he doesn't have money? Oh, he has a lot of money. Have you ever seen him speaking on stage? He's got anxiety. Yeah. You know why? You know what I think about them? They have the worst miserable life ever. ਆਪਾਂ ਪਤਾ ਆਪਣੇ ਪਿੰਡਾਂ ਚੋਂ ਨਿਕਲੇ ਆ, ਆਪਾਂ ਘਰਾਂ ਚੋਂ ਨਿਕਲੇ ਆ, ਬਾਹਰ ਚੱਲੇ ਗਏ, ਇੱਧਰ ਚੱਲੇ ਗਏ, ਉੱਧਰ। ਉਹਨਾਂ ਦੀ ਲਾਈਫ ਹੀ ਇਦਾਂ ਦੀ ਕਿ ਸਿਕਿਉਰਿਟੀ ਇਸ਼ੂਜ਼ ਉਹਨਾਂ ਦੇ ਇੰਨਾ ਦੇ ਕਿ ਉਹਨਾਂ ਦਾ ਕਦੇ ਗਲੀਆਂ 'ਚ ਖੇਡੇ ਨਹੀਂ ਹੋਣੇ, ਉਹ ਗਲੀਆਂ 'ਚ ਨਿਕਲੇ ਨਹੀਂ, ਜੇ ਚੀਕਾਂ ਮਾਰੀ ਨਹੀਂ ਹੋਣੀਆਂ ਤਾਂ ਓਬਵੀਅਸਲੀ ਉਹਨਾਂ ਨੂੰ ਇਸ਼ੂਜ਼ ਹੁੰਦੇ ਆ, ਪ੍ਰੋਬਲਮਸ ਹੁੰਦੇ ਆ। ਇਹੋ ਜਿਹਾ ਪੈਸਾ ਵੀ ਫਿਰ ਕੀ ਕਰਨਾ। ਫਿਰ ਉਹੀ ਗੱਲ ਆ ਗਈ ਨਾ ਵੀ ਕੌਨਫੀਡੈਂਸ ਤਾਂ ਉਹ ਆ, ਤੁਹਾਡੀ ਸਿਕਿਉਰਿਟੀ ਆ, ਵੀ ਜਦੋਂ ਤੁਹਾਡੇ ਕੋਲ ਕੋਈ ਮਟੀਰੀਅਲ ਚੀਜ਼ ਨਹੀਂ ਹੈਗੀ ਬਟ ਯੂ ਆਰ ਸਟਿਲ ਸਿਕਿਉਰ ਵਿਦਨ ਯੋਰਸੈਲਫ, ਜਦੋਂ ਤੁਹਾਡੇ ਕੋਲ ਕੁਝ ਹੋਣਾ ਹੈ ਫਿਰ ਤੁਸੀਂ ਅੱਗ ਲਾ ਦੋਗੇ ਦੁਨੀਆ ਨੂੰ। ਉਹ ਗ੍ਰੈਟੀਟਿਊਡ ਵੀ ਆ ਜਾਂਦਾ ਇਹ 'ਚ। ਮੈਂ ਇਹ ਗੱਲ ਹਮੇਸ਼ਾ ਨੋਟ ਕੀਤੀ ਹੈ ਕਿ ਜਦੋਂ ਇੱਕ ਜਨਰੇਸ਼ਨ ਪਹਿਲੀ ਜਨਰੇਸ਼ਨ ਹਾਸਲ ਕਰਦੀ ਹੈ ਨਾ, ਉਹ ਆਲਵੇਜ਼ ਸੈਕਿੰਡ ਜਨਰੇਸ਼ਨ ਨਾਲੋਂ ਸਕਸੈਸਫੁਲ ਹੁੰਦੀ ਹੈ। ਪਹਿਲੀ ਜਨਰੇਸ਼ਨ ਸੈਕਿੰਡ ਜਨਰੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜਦ ਜ਼ਿਆਦਾ ਬੰਦੇ ਸਿਕਿਉਰ ਹੋ ਜਾਂਦੇ ਆ ਆਪਣੇ ਬੱਚਿਆਂ ਨੂੰ ਲੈ ਕੇ, ਓਵਰ ਪ੍ਰੋਟੈਕਟਿਵ ਹੋ ਜਾਂਦੇ ਆ, ਇੱਧਰ ਨਹੀਂ ਜਾਣਾ, ਉੱਧਰ ਨਹੀਂ ਜਾਣਾ, ਦਿਸ ਨਹੀਂ ਕਰਨਾ, ਦੈਟ ਨਹੀਂ ਕਰਨਾ। ਉਹ ਫਿਰ ਥੋੜ੍ਹੇ ਜਿਹੜੀ ਚੀਜ਼ਾਂ ਇੱਕ ਬੰਦੇ ਨੇ ਨਾਰਮਲ ਲਾਈਫ ਦੇ ਵਿੱਚ ਵੇਖੀਆਂ ਜਾਂ ਧੱਕੇ ਖਾਦੇ ਹੁੰਦੇ ਆ, ਆਪਣੇ ਵਰਗੇ ਹੁਣ ਢੀਠ ਬਣੇ ਹੋਏ ਆ, ਆਪਾਂ ਧੱਕੇ ਖਾ ਕੇ ਇੱਥੇ ਪਹੁੰਚੇ ਆ। ਹੁਣ ਸਾਨੂੰ ਕੋਈ ਸਾਲਾ ਮੂਰਖ ਥੋੜੀ ਬਣਾ ਸਕਦਾ। ਤੁਹਾਨੂੰ ਐਂਗਜ਼ਾਈਟੀਆਂ ਛੁੱਟੀਆਂ ਦਾ ਕੀ ਭਾਵ ਭਾਈ? ਕੀ ਹੁੰਦੀ ਹੈ? ਕੀ ਹੁੰਦੀ ਹੈ? ਧੱਕੇ ਖਾਦੇ ਆ, ਐਵੇਂ ਦੀ ਗੱਲ ਥੋੜੀ। ਐਂਗਜ਼ਾਈਟੀਆਂ ਬਥੇਰੀਆਂ ਖਾ ਕੇ ਰੋਟੀ 'ਚ ਖਾਬੜ ਲਪੇਟ ਕੇ। ਹੁਣ ਇਹ ਚੀਜ਼ਾਂ ਕੀ ਹੈ, ਇਹ ਬ్రో ਲਾਈਫ 'ਚ ਆਈਆਂ ਆਪਣੀ ਲਾਈਫ ਦੇ ਵਿੱਚ। ਹੁਣ ਤੁਸੀਂ ਗੱਲ ਕਰਦੇ ਸੀ ਇਹ ਕੱਪੜਿਆਂ ਦੀ, ਬ్రో ਲਾਈਕ ਆਈ ਸੈਡ ਬਿਫੋਰ, ਚਾਹੇ ਜੇ ਇੱਕ ਨਾਰਮਲ ਬੰਦਾ ਆ ਜਿਹਨੂੰ ਕੱਪੜੇ ਪਾਉਂਦੀ ਨਹੀਂ ਅਗਲ, ਤੇ ਹਾਂ you wanna fake it, right? It's not that you wanna fake it to the world, it's that you wanna fake it to yourself because you wanna look like someone else, like ਜੋ ਜਿਹਨੂੰ ਤੁਸੀਂ admire ਕਰਦੇ ਹੋ, right? ਜੀ and then if you're not gonna do the work and this is working, right? You work. You are looking after yourself, you know you have to look pretty, you have to look handsome. ਜਨਾਨੀਆਂ ਵਾਸਤੇ ਵੀ ਤਾਂ ਹੈ ਹੀ ਹੈ। ਜੀ ਹੁਣ ਕਹਿੰਦੀਆਂ ਤਾਂ ਹੈ ਕਿ ਮੈਂ ਕਾਰਦੇਸ਼ੀਅਨ ਵਰਗੀ ਬਣਨਾ, ਜਾਂ ਮੈਂ ਜੈਨਰ ਵਰਗੀ ਬਣਨਾ, ਜਾਂ ਮੈਂ ਮਲਾਈਕਾ ਵਰਗੀ ਬਣਨਾ, ਜਾਂ ਮੈਂ ਇਹਦੇ ਵਰਗੀ ਬਣਨਾ। ਪਰ ਗੱਲ ਤੇ ਪ੍ਰੋਬਲਮ ਤੇ ਇਹ ਹੈ ਕਿ ਵਰਕ ਵੀ ਤਾਂ ਕਰਨਾ ਪੈਣਾ। ਗੱਲ ਉਹੀ ਆ ਗਈ ਨਾ ਕਿ ਮੈਨੂੰ ਲੱਗਦਾ ਮੋਸਟ ਆਫ ਦ ਪੀਪਲ ਦੇ ਹੈਵ ਦਿਸ ਡੈਫੀਨੇਸ਼ਨ ਆਫ ਕੌਨਫੀਡੈਂਸ ਕਿ ਉਹ ਕਿਸੇ ਬੰਦੇ ਨੂੰ ਜਦੋਂ ਦੇਖਦੇ ਆ, ਕੋਈ ਸੈਲੀਬ੍ਰਿਟੀ ਹੋ ਗਿਆ ਜਾਂ ਕੋਈ ਵੱਡਾ ਬੰਦਾ ਐਡਮਾਇਰ ਕਰਦੇ ਆ, ਉਹ ਜਦੋਂ ਤੱਕ ਉਹਦੇ ਵਰਗੇ ਬਣਦੇ ਨਹੀਂ ਉਹਨਾਂ ਨੂੰ ਲੱਗਦਾ ਰਹਿੰਦਾ ਕਿ ਯਾਰ ਮੇਰੇ 'ਚ ਕੌਨਫੀਡੈਂਸ ਨਹੀਂ ਆਉਣਾ। ਵੀ ਜੇ ਕਰਦਾਸ਼ੀਅਨ ਤੇ ਹੈਗੀ ਉਹਦੀ ਬੋਡੀ ਘੈਂਟ ਆ, ਤੇ ਜਦ ਤੱਕ ਮੇਰੇ ਕੋਲ ਉੱਦਾਂ ਦੀ ਬੋਡੀ ਨਹੀਂ ਹੁੰਦੀ ਮੈਂ ਖਰੀ ਨਹੀਂ। ਜੇ ਅੱਛਾ ਹੁਣ ਇੱਕ ਜੇ ਬੰਦਾ ਆ, ਉਹ ਜੇ ਸੂਟ ਦੇ ਵਿੱਚ ਪਾ ਕੇ ਹਾਂ ਇੰਨੀ ਖਰੀ ਪਰਸਨੈਲਿਟੀ ਆ, ਬੰਦੇ ਨੂੰ ਲੱਗਦਾ ਹੁੰਦਾ ਜੇ ਜਦ ਤੱਕ ਮੈਂ ਉੱਦਾਂ ਦਾ ਸੂਟ ਨਹੀਂ ਪਾਊਂਗਾ ਉਦੋਂ ਤੱਕ ਮੇਰੇ 'ਚ ਕੌਨਫੀਡੈਂਸ ਨਹੀਂ ਆਉਣਾ। ਮੈਨੂੰ ਲੱਗਦਾ ਇਹ ਵੀ ਇੱਕ ਡੈਫੀਨੇਸ਼ਨ ਹੈਗੀ ਆ, ਲੋਕੀ ਆਪਣੇ ਮਨ ਦੇ ਵਿੱਚ ਹੀ ਬਣਾ ਕੇ ਰੱਖਦੇ ਆ। ਕਿਉਂਕਿ ਉਹ ਗੱਲ ਤਾਂ ਇਹ ਵੀ ਆਪਾਂ ਕਹਿੰਦੇ ਹਾਂ ਕਿ ਯਾਰ ਸਭ ਨੂੰ ਪਹਿਲਾਂ ਤਾਂ ਗੇਮ ਤਾਂ ਸਾਰੀ ਮੰਨਦੀ ਹੋਈ ਆ। ਹੁਣ ਜੇ ਮੈਂ ਆਪਣੇ ਮਨ ਨੂੰ ਨਾ ਕਹਾਂ ਤੇ ਹੁਣ ਜੇ ਹੁਣ ਰੱਬ ਨੇ ਗੱਡੀ ਦਿੱਤੀ ਹੈ, ਹੁਣ ਮਾੜੇ ਧੀੜੇ ਬੰਦੇ ਨੂੰ ਲੈਂਬਰਗਿਨੀ ਦੇ ਦਿਓ, ਮਾੜੇ ਧੀੜੇ ਬੰਦੇ ਨੂੰ ਫਰਾਰੀ ਦੇ ਦਿਓ, ਉਦੋਂ ਸਾਡੀ ਸਰਵਿਸ ਵੀ ਨਹੀਂ ਹੋਣੀ ਉਹਦੀ। ਬਿਲਕੁਲ ਤੇਲ ਮਦੀ ਤੇਲ ਕੋ ਪੀਂਦੀ ਆ, ਤੇਲ ਕੋਲ ਪੀਂਦੀ ਆ, ਤੇਲ ਕੋ ਪੀਂਦੀ ਆ। ਹਮਲਾ ਵਰਗੀ ਕੰਨ ਨੂੰ ਹੱਥ ਲਵਾ ਆਉਂਦੀਆਂ ਕੁੜੀਆਂ ਹੋਈਆਂ। ਤੇ ਬ్రో ਵੱਡੀਆਂ ਗੱਡੀਆਂ ਦੀ ਤਾਂ ਫਿਰ ਸਰਵਿਸ ਵੀ ਗੱਲ ਤੇ ਹੀ ਹੈ ਨਾ। ਗੱਲ ਇਹ ਨਹੀਂ ਹੈਗੀ ਕਿ ਅੱਛਾ ਰੱਬਾ ਮੈਨੂੰ ਇਹ ਚੀਜ਼ ਰੱਬ ਤਾਂ ਦੇ ਦੂਗਾ, ਪਰ ਉਹਨੂੰ ਸਾਂਭ ਲਏਗਾ, ਰਾਈਟ।
ਹੁਣ ਇੱਥੇ ਆਉਂਦੇ ਆ ਕਿ ਕੋਈ ਵੀ ਬਲੈਸਿੰਗ ਜੇ ਆ ਯੂ نو ਦ ਥਿੰਗ ਇੱਕ ਨਾ ਜਿੱਦਾਂ ਐਂਟੀ ਡੇਟ ਦੀਆਂ ਬੜੀਆਂ ਵੀਡੀਓਜ਼ ਐਂਟੀ ਡੇਟ ਕਹਿੰਦਾ ਕਿ ਪੈਸਾ ਜਿਹੜਾ ਨਾ ਉਹ ਤੁਹਾਡੀ ਚੀਜ਼ ਜਿੱਦਾਂ ਦਾ ਕਰੈਕਟਰ ਉਹਨੂੰ ਐਂਪਲੀਫਾਈ ਕਰੂਗਾ, ਉਹਨੂੰ ਬਣਾਊਗਾ ਨਹੀਂ। ਪਰ ਆਮ ਟ੍ਰਾਈਂਗ ਟੂ ਸੇ ਹੈ ਐਂਪਲੀਫਾਈ ਕਿ ਉਹ ਚੀਜ਼ ਨੂੰ ਵੱਡਾ ਕਰ ਦੋ। ਜੇ ਤੁਸੀਂ ਇਨਸਿਕਿਉਰ ਹੋ ਨਾ, ਉਹ ਪੈਸਾ ਜਦੋਂ ਆ ਜਾਊਗਾ ਤੁਸੀਂ ਹੋਰ ਇਨਸਿਕਿਉਰ ਹੋ ਜਾਣਾ। ਜੇ ਤੁਸੀਂ ਕੌਨਫੀਡੈਂਟ ਹੋ, ਉਹ ਪੈਸਾ ਜਾਂ ਕੋਈ ਲਗਜ਼ਰੀ ਚੀਜ਼ ਤੁਹਾਡੇ ਕੋਲ ਹੋਊਗੀ, ਤੁਸੀਂ ਹੋਰ ਇਹ ਕੌਨਫੀਡੈਂਟ ਚੀਜ਼ ਤੁਸੀਂ ਖਰੀਦ ਨਹੀਂ ਸਕਦੇ ਜੀ। ਇਹ ਤੁਹਾਡੇ ਚ ਆ ਸਕਦਾ ਪੈਸੇ ਤੋਂ ਬਾਅਦ, ਬਟ ਮੈਨੂੰ ਪਤਾ, ਮੈਨੂੰ ਤਾਂ ਲੱਗਦਾ ਹੈ ਮੈਂ ਪਹਿਲੇ ਦਿਨ ਤੋਂ ਮੈਨੂੰ ਇਹ ਲੱਗਦਾ ਮੈਂ ਤਾਂ ਰਾਜਾ ਰੂਜਾ ਆਇਆ ਕੋਈ। That's why I can PJ bro. I'm telling you, ਇਹ ਜਦੋਂ ਪ੍ਰੋਜੈਕਟਰ ਦੀਆਂ ਅੱਖਾਂ ਖੋਲਦੀਆਂ ਨਾ, ਇਹਦੀ ਇੱਕ ਤੀਜੀ ਅੱਖ ਵੀ ਮੈਂ ਤੁਹਾਨੂੰ ਦੱਸ ਦਿੰਦਾ ਭਾ ਦੀ, ਇਹ ਹੱਲੇ ਨਹੀਂ ਸਾਰਿਆਂ ਅੱਗੇ ਨਹੀਂ ਖੋਲਦੀ, ਇਹ ਕਦੇ ਕਦੇ ਖੋਲਦੀ ਹੈ, ਮੈਂ ਕਰਕੇ ਖੋਲਦਾ ਇਹ। ਮੈਨੂੰ ਪਹਿਲੇ ਦਿਨ ਤੋਂ ਹੀ ਇਦਾਂ ਫੀਲ ਹੁੰਦਾ। ਹਾਂ ਮੇਰਾ ਪਿਓ ਮੈਨੂੰ, ਮੇਰੀ ਮਾਂ ਨੂੰ ਕਹਿੰਦਾ ਤੇਰਾ ਫੁਕਰਾ ਪੁੱਤ ਆ ਤੇਰਾ, ਪਰ ਮੈਨੂੰ ਲੱਗਦਾ ਕਿ ਮੈਨੂੰ ਮੇਰੇ 'ਚ ਕੁਝ ਹੈਗੀ ਕੋਈ ਕੁਆਲਿਟੀਜ਼ ਜਿਹੜੇ ਕਰਕੇ ਕਿ ਮੈਂ ਇਹ ਦੁਨੀਆ ਤੇ ਆਇਆ, ਜਿਹੜੇ ਜੀ ਕੰਮ ਕਰਨੇ ਹੋਏ। ਹੁਣ ਉਹ ਜੇ ਕੌਨਫੀਡੈਂਸ ਨਾ ਹੋਊਗਾ ਮੇਰੇ 'ਚ ਬਰੋ, ਮੈਂ ਥੋੜੀ ਕੁਝ ਕਰ ਸਕਦਾ ਹਾਂ ਜੀ। ਇਹ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਨਾ ਦੁਨੀਆ ਚੱਲਦੀ ਨਹੀਂ ਤਾਂ ਤੁਹਾਨੂੰ ਤਾਂ ਲੋਕੀ ਵੇਚ ਕੇ ਖਾਏ। ਓ ਯਾ, ਹੁਣ ਹਰ ਬੰਦਾ ਤੁਹਾਡੇ ਸਟੈਪ ਆਊਟ ਕਰਕੇ ਤੇ ਬੰਦਾ ਜਾ ਵੜੇ। ਹੁਣ ਮੈਂ ਜੇ ਕਰਦਾ ਮੁੰਡਿਆਂ ਨੂੰ ਟ੍ਰੇਨਿੰਗ ਕਰਦਾ, ਗੋਲਡ ਕੁਛ ਕਰਦਾ ਸੀਗਾ ਪਹਿਲਾਂ, ਮੈਂ ਇਕੱਲਾ ਇੰਡੀਅਨ ਸੀ ਜੀ। ਉਹ ਕਹਿੰਦੇ ਤੂੰ ਇੰਡੀਅਨ ਆ, ਠੀਕ ਹੈ ਨਾ। ਮੈਂ ਕਿਹਾ ਸਾਲਾ ਤੁਸੀਂ ਕੀ ਸੋਚਦੇ ਵੀ ਅਸੀਂ ਵੀ ਭੁੱਖੇ ਨੰਗੇ। ਮੈਂ ਕਿਹਾ ਇਹ ਤਾਂ ਤੁਸੀਂ ਉਹ ਕੀ ਕਹਿੰਦੇ ਸਲਮ ਡੌਗ ਮਿਲੀਅਨਰ ਜ਼ਿਆਦਾ ਦੇਖ ਲਈ। ਮੈਂ ਕਿਹਾ ਬੰਦੇ ਦੇਖੋ ਜਾ ਕੇ ਤੁਸੀਂ ਇੰਡੀਆ 'ਚ। ਇਹ ਆਪਣੇ ਪਤਾ ਗੱਲ ਕੀ ਆ, ਦੇਖੋ ਜੇ ਆਪਣੇ ਇੰਡੀਅਨ ਲੋਕ ਨਾ ਆਪਣੇ ਕਲਚਰ ਨਾਲ ਜੁੜੇ ਰਹਿਣ ਨਾ, ਸਾਡੇ ਤੋਂ ਵੱਡਾ ਰਿਚ ਬੰਦਾ ਕੋਈ ਨਹੀਂ ਹੈਗਾ। ਸਾਡੀ ਪ੍ਰੋਬਲਮ ਇੱਥੇ ਆ ਗਈ ਹੈ ਕਿ ਅਸੀਂ ਆਪਣੇ ਕਲਚਰ ਨੂੰ ਭੁੱਲ ਕੇ ਦੂਜੇ ਕਲਚਰ ਨੂੰ ਵੇਖਦੇ ਪਏ ਆ। ਸਾਡਾ ਕਲਚਰ ਇਜ਼ ਵੈਰੀ ਰਿਚ। ਬਿਲਕੁਲ। ਇੱਕ ਕਲਚਰ ਤੁਸੀਂ ਕਈ ਕੀ ਹੁੰਦੇ ਨੇ, ਕਈ ਫੋਰਸ ਕਰਦੇ ਆ ਦੂਜਿਆਂ ਦੇ। ਆਪਣੇ ਨਾ ਜੇ ਕਹਿੰਦੇ ਵੀ ਤੁਸੀਂ ਇਹ ਕਰਦੇ, ਅਸੀਂ ਇਹ ਕਰ ਰਹੇ, ਤੁਸੀਂ ਵੀ ਇਹ ਕਰੋ, ਉਹ ਨਹੀਂ ਤੁਸੀਂ ਕਰ ਸਕਦੇ। ਤੁਸੀਂ ਆਪਣੇ ਆਪ ਨੂੰ ਸਟਰੋਂਗ ਰੱਖੋ, ਆਪਣੇ ਕਲਚਰ ਰਿਸਪੈਕਟ ਕਰੋ, ਲੋਕੀ ਤੁਹਾਡੇ ਕੋਲ ਆਉਣਗੇ, ਠੀਕ ਆ। ਹੁਣ ਕਈ ਵਾਰੀ ਹੁੰਦੀ ਆ ਵੀ ਗੱਲ ਵੀ ਲੋਕੀ ਕਹਿਣਗੇ ਵੀ ਹੁਣ ਬੱਚੇ, ਹੁਣ ਜਿਹੜਾ ਇੱਥੇ ਬੱਚਾ ਜੰਮੂਗਾ ਉਹਨੂੰ ਤੁਸੀਂ ਆਪਣੇ ਕਲਚਰ ਬਾਰੇ ਦੱਸ ਸਕਦੇ ਹੋ, ਉਹਨ ਤੇ ਫੋਰਸ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਉਹਨੇ ਗੋਰਿਆਂ 'ਚ ਵਿਚਰਨਾ ਜਾ ਕੇ। ਉਹ ਜੇ ਤੁਹਾਡਾ ਬੱਚਾ ਤੁਹਾਡੀ ਗੱਲ ਨਾਲ ਸਹਿਮਤ ਹੋਊਗਾ, ਵਿਚ ਇਜ਼ 99% ਹੁੰਦਾ ਬੱਚਾ, ਕਿਉਂਕਿ 0 ਤੋਂ 7 ਦੇ ਵਿੱਚ ਤੁਸੀਂ ਬੱਚੇ ਨੂੰ ਚੰਗਾ ਵੀ ਸਿਖਾ ਸਕਦੇ ਹੋ, ਮਾੜਾ ਵੀ ਸਿਖਾ ਸਕਦੇ ਹੋ। ਲਾਈਕ ਯੂ ਕੈਨ ਸ਼ੇਪ ਦੇ ਮਾਈਂਡ, ਸ਼ੇਪ ਦੇ ਮਾਈਂਡ। ਉਸ ਤੋਂ ਬਾਅਦ ਬੱਚੇ ਦੇ ਵਿੱਚ ਦੋਵੇਂ ਕੁਆਲਿਟੀਆਂ ਆ ਜਾਣਗੀਆਂ। ਇੱਕ ਉਹਨੂੰ ਪਤਾ ਮੈਂ ਕਿੱਥੋਂ ਆਇਆ, ਜਦ ਦਾਦਾ ਦਾਦੀ ਮਾਂ ਪਿਓ ਨੂੰ ਦੇਖਦਾ। ਇੱਕ ਉਹਨੇ ਗੋਰਿਆਂ ਦੇ ਵਿੱਚ ਬਟ ਯੂ ਨੋ ਵਾਟ, ਮੈਨੂੰ ਇੱਕ ਗੱਲ ਦੱਸ, ਮੈਂ ਘਰੋਂ ਆਇਆ ਨਾ, ਮੈਂ ਬੜੇ ਨੋਰਮਲ ਘਰੋਂ ਆਇਆ। ਨੋਰਮਲ ਘਰ ਦਾ ਮਤਲਬ ਕਿ ਮੇਰਾ ਡੈਡ ਕੋਈ ਬੜਾ ਵੱਡਾ ਮਤਲਬ ਐ ਨਹੀਂ ਹੈਗਾ ਕਿ ਹਾਂ ਯਾਰ ਇਹਨੂੰ ਕਰ ਦੂੰ ਯਾਰ ਕਰ ਦੂੰ ਉਹ ਕਰ ਦੂੰ, ਬੜਾ ਨੋਰਮਲ ਜਿਹਾ ਘਰੋਂ ਆ। ਹੁਣ ਮੈਂ ਘਰੋਂ ਜਦੋਂ ਮੈਂ ਉਹੀ ਆਇਆ 0-7 ਸਾਲ ਦੇ ਵਿੱਚ ਸ਼ੇਪ ਅਪ ਵੀ ਉੱਥੇ ਹੋਇਆ ਸੀਗਾ ਮੈਂ, ਰਾਈਟ। ਔਰ ਤੇ ਹੁਣ ਮੈਂ ਤੇ ਆਪੋਜ਼ਿਟ ਆ ਬ్రో। ਉਹੀ ਗੱਲ ਆ ਗਈ ਨਾ ਕਿ ਆਈ ਗੈਸ ਜਦੋਂ ਤੁਸੀਂ ਆਪਣੇ ਟੀਨੇਜਰ ਸਟੇਟ ਦੇ ਵਿੱਚ ਹੋਣੇ ਆ, ਜਾਂ ਜਦੋਂ ਦੀ ਤੁਸੀਂ ਹੋਸ਼ ਸਾਂਭੀ ਹੋਣੀ ਆ, ਯੂ ਸਟਾਰਟਡ ਟੂ ਲੁੱਕ ਅਪ ਟੂ ਦੋਸ ਪੀਪਲ। ਉਹ ਲੋਕ ਤੁਹਾਨੂੰ ਫੈਂਟੇਸਾਈਜ਼ ਕਰਦੇ ਹੋਣੇ ਜਿਹੜੇ ਬੜੇ ਬੜਕੇ ਹੋਣੇ ਆ ਜਾਂ ਰਾਜੇ ਹੋਣੇ, 100%, ਰਾਈਟ। ਸੋ ਉਹਨਾਂ ਦਾ ਹੀ ਤੁਹਾਡੇ ਤੇ ਪਿਆ ਨਾ ਰਿਫਲੈਕਸ਼ਨ। ਮੈਂ ਪਤਾ ਗੱਲ ਕੀ ਸੋਚਦਾ ਬ్రో, ਆਪਣੇ ਸਾਰਿਆਂ ਦੇ ਅੰਦਰ ਨਾ ਉਹ ਚੀਜ਼ਾਂ ਹੁੰਦੀਆਂ, ਸਭ ਦੇ ਵਿੱਚ ਨਾ ਇੱਕ ਵੀ ਆਰ ਆਲ ਵੈਰੀ ਡਿਫਰੈਂਟ ਜੀ। ਤੁਹਾਨੂੰ ਕੁਝ ਮਰਜ਼ੀ ਕੋਈ ਸਿਖਾ ਦੇ, ਕੁਝ ਮਰਜ਼ੀ ਕਰੀ ਜਾਓ, ਤੁਹਾਡਾ ਬ੍ਰੇਨ ਵਾਸ਼ ਕਰੀਏ, ਪਰ ਜਿਹੜਾ ਤੁਹਾਡੇ ਅੰਦਰ ਦਾ ਰੀਅਲ ਹੈ ਨਾ ਉਹ ਬ్రో ਇੱਕ ਨਾ ਇੱਕ ਦਿਨ ਬਾਹਰ ਆਊਗਾ ਹੀ ਆਊਗਾ। ਬਿਲਕੁਲ। ਅੱਛਾ, ਹੁਣ ਮੈਨੂੰ ਹੁਣ ਚੀਜ਼ ਮੈਂ ਤਾਂ ਹੀ ਤਾਂ ਕਹਿੰਦਾ ਕਿ ਆਪਣੇ ਆਪ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਹੁਣ ਮੈਂ ਆਪਣੇ ਆਪ ਨੂੰ ਸਮਝਦਾ ਤੇ ਮੈਨੂੰ ਆ ਰਾਜੇ ਵਾਲੀਆਂ ਮੂਵੀਜ਼ ਦਾ ਮੈਂ ਡਾਕੂਮੈਂਟਰੀ ਸੀਰੀਜ਼ ਮੈਨੂੰ ਬਹੁਤ ਚੰਗੀ ਲੱਗਦੀਆਂ। ਮੈਨੂੰ ਆਈ ਲਵ ਵਾਚਿੰਗ ਦੈਮ। ਵਾਰੀਅਰਸ ਵਾਲੀ ਹੋ ਗਈ, ਮੈਨੂੰ ਬਹੁਤ ਚੰਗੀ ਲੱਗਦੀਆਂ ਜੀ। ਕਿਉਂਕਿ ਉਹਨਾਂ ਦਾ ਜੇ ਦੇਖੋ ਰਾਜਾ ਬੰਦਾ, ਉਹ ਗੱਲ ਕਿਵੇਂ ਕਰਦਾ ਸੀ ਜੀ, ਉਹਦਾ ਬਹਿਣ ਦਾ ਤਰੀਕਾ, ਉੱਠਣ ਦਾ ਤਰੀਕਾ, ਤੁਰਨ ਦਾ ਤਰੀਕਾ, ਲੋਕਾਂ ਦਾ ਉਹਨੂੰ ਦੇਖਣ ਦਾ ਨਜ਼ਰੀਆ। ਮੈਂ ਕਹਿੰਦਾ ਮੈਂ ਤਾਂ ਉਹ ਬੰਦਿਆਂ 'ਚ ਰਿਹਾ, ਸੋਹਣੇ ਸੁਨੱਖੇ ਬੰਦੇ, ਮੈਂ ਉਹਨਾਂ 'ਚ ਰਿਹਾ। ਉਹਨਾਂ ਨੂੰ ਮੈਂ ਦੱਸਿਆ ਸਿਖਾਇਆ ਕਿ ਜਿੱਡੀ ਕੱਦ ਕਾਠੀ ਹੈ ਨਾ, ਤੇ ਜਿੱਡਾ ਸੋਹਣਾ ਸੁਨੱਖਾ ਆ ਤੂੰ, ਜਿਹੋ ਜਿਹਾ ਤੂੰ ਬੰਦਾ ਆ, ਇਹੋ ਜਿਹੇ ਬੰਦੇ ਤੇ ਬੁੜੀ ਜਾਵੇ ਲੋਕਾਂ ਦੇ ਵਿੱਚ ਲੰਘਦੇ ਆ। ਮੈਂ ਤੂੰ ਕੀ ਬਣਿਆ ਫਿਰਦਾ ਆ, ਪਰ ਮੈਂ ਕਿਸੇ ਨੂੰ ਬਦਲ ਨਹੀਂ ਸਕਦਾ ਬ్రో। ਯੂ ਕੈਨ ਟੇਕ
a donkey to the well, yeah. ਕੈਮਲ ਸੀਗਾ, ਯੂ ਕੈਨ ਟੇਕ ਕੈਮਲ ਟੂ ਦ ਬੋਰਰ ਬਈ You can't make them drink. yeah You can't teach them how to drink. ਹਾਂ ਯੈਸ ਹੁਣ ਮੈਂ ਡੋਂਕੀ ਤਾਂ ਕਿਹਾ ਕਿ ਡੋਂਕੀ ਹੈ। ਹੁਣ ਗੱਲ ਪਤਾ ਕੀ ਹੈ, ਗੱਲ ਇਹ ਹੈ ਕਿ ਇਹ ਆਪਣੇ ਅੰਦਰ ਵਿੱਚ ਹੀ ਹੈ, ਸਭ ਕੁਝ ਆਪਣੇ ਅੰਦਰ ਵਿੱਚ ਹੈਗਾ ਆ। ਤੁਸੀਂ ਇੱਕ ਚੀਜ਼ ਨੂੰ ਫੇਕ ਕਰ ਸਕਦੇ ਆ, ਰਾਈਟ, ਬਟ ਇਫ ਯੂ ਡੋਂਟ ਅੰਡਰਸਟੈਂਡ ਦ ਪਰਸਨ ਯੂ ਆਰ, bro, everything will disappear in no time. ਜੀ ਜੇ ਤੁਸੀਂ ਉਹ ਲੈਵਲ ਤੇ ਨਹੀਂ ਹੈਗੇ ਤੇ ਆਪਣੇ ਆਪ ਨੂੰ ਕਰਨਾ ਚਾਹੁੰਦੇ ਸੀਗੇ ਤੇ ਫੇਕ ਕਰ ਰਹੇ ਹੋ, ਪਰ ਅੰਦਰੋਂ ਤੁਸੀਂ ਉਹ ਲੈਵਲ ਦੇ ਬੰਦੇ ਹੈ ਹੀ ਨਹੀਂ ਗੇ। ਇਮੋਸ਼ਨ ਵੀ ਇਹ ਬਿਲਕੁਲ ਜ਼ਰੂਰੀ। ਇਹਦੀ ਐਗਜ਼ਾਮਪਲ ਮੈਂ ਦੇ ਸਕਦਾ ਬ్రో। ਆਈ ਹੈਵ ਐਕਸਪੀਰੀਅੰਸ ਇਟ। ਮੈਨੂੰ ਨਾ ਪਿਛਲੇ ਜਦੋਂ ਦੇ ਮੈਂ ਮੋਟੀਵੇਸ਼ਨਲ ਸਪੀਕਰ ਸੁਣਨੇ ਸ਼ੁਰੂ ਕੀਤੇ, ਜਦੋਂ ਮੈਂ ਥੋੜ੍ਹੇ ਬਹੁਤੇ ਸੈਮੀਨਾਰ ਵੀ ਅਟੈਂਡ ਕੀਤੇ, ਮੈਨੂੰ ਹਮੇਸ਼ਾ ਲੱਗਦਾ ਹੁੰਦਾ ਕਿ ਜਿਹੜਾ ਬੰਦਾ ਸਟੇਜ ਤੇ ਬੋਲਦਾ ਪਿਆ ਨਾ, ਉਹ ਬੰਦਾ ਸਾਰਿਆਂ ਨਾਲੋਂ ਜ਼ਿਆਦਾ ਕੌਨਫੀਡੈਂਟ, ਹਮੇਸ਼ਾ ਮੈਨੂੰ ਲੱਗਦਾ ਹੁੰਦਾ ਹੈ। ਤੇ ਉਹਦੇ ਚੱਕਰ ਦੇ ਵਿੱਚ ਮੈਂ ਆਪਣੇ ਆਪ ਨੂੰ ਇੰਪਰੂਵ ਕਰਨਾ ਸ਼ੁਰੂ ਕਰਤਾ। ਮੈਂ ਕਿਹਾ ਮੈਂ ਵੀ ਇੱਕ ਦਿਨ ਸਟੇਜਾਂ ਤੇ ਬੋਲਣਾ, ਵੀ ਮੈਂ ਵੀ ਦੇਖਣਾ ਕਿੱਥੇ ਲੋਕੀ ਕਿੱਦਾਂ ਜਾ ਕੇ ਸਿੱਖਦੇ ਆ, ਜਾਂ ਪਬਲਿਕ ਸਪੀਕਿੰਗ ਕੀ ਹੁੰਦੀ ਹੈ ਕੀ ਨਹੀਂ ਹੁੰਦੀ ਹੈ। ਤੇ ਇਹ ਕਰਦੇ ਕਰਾਉਂਦੇ ਮੈਨੂੰ ਇੱਕ ਕਲੱਬ ਮਿਲਿਆ, ਟੋਸਟਮਾਸਟਰ ਕਲੱਬ ਇੰਟਰਨੈਸ਼ਨਲ, ਸਾਰੇ ਪਾਸੇ ਚੱਲਦਾ ਸਾਰੀ ਦੁਨੀਆ ਦੇ ਵਿੱਚ। ਸੋ ਉਹਨਾਂ ਨੇ ਜਦੋਂ ਜੁਆਇਨ ਕੀਤਾ, ਉਹ ਕਹਿੰਦੇ ਕਿ ਵਾਈ ਡੂ ਯੂ ਵਾਂਟ ਟੂ ਜੁਆਇਨ, ਉਹ ਦੇ ਆਸਕ ਯੂ ਕੁਐਸਚਨਸ। ਮੈਂ ਕਿਹਾ ਆਈ ਫੀਲ ਲਾਈਕ ਆਈ ਡੋਂਟ ਹੈਵ ਕੌਨਫੀਡੈਂਸ, I feel like I cannot just stand in front of people and speak to them, but they say you are doing it. ਕਹਿੰਦੇ ਵੀ ਮੈਂ ਉਹਨਾਂ ਨੂੰ ਦੱਸੀ ਜਾਣਾ ਕਿ ਮੇਰੇ 'ਚ ਕੌਨਫੀਡੈਂਸ ਨਹੀਂ ਹੈਗਾ, ਬਟ ਦ ਵੇ ਆਈ ਐਮ ਟਾਕਿੰਗ ਇਟਸ ਲਾਈਕ ਦੇ ਸੇ ਯੂ ਆਰ ਰਿਫਲੈਕਟਿੰਗ ਕੌਨਫੀਡੈਂਸ ਵਿਦ ਇਨ ਯੋਰਸੈਲਫ। Yep. So ਮੈਨੂੰ ਪਤਾ ਹੀ ਨਹੀਂ ਸੀ ਕੀ ਹੈਗਾ ਕੀ ਨਹੀਂ ਹੈਗਾ। Even you're willing to work on it is a confidence itself anyway. Yeah. Right? If you're thinking that you want to work on your confidence, is one of a confidence anyway, because you want to work on it. Yeah. And you know that ਕਿ ਉਹਦੇ ਲਈ ਵੀ ਉਹ confidence ਹੋਣਾ ਕਿ ਯਾਰ ਨਹੀਂ ਇਹ ਤੇ ਮੈਂ ਕੰਮ ਕਰਨਾ, ਉਹ ਵੀ ਬੜੀ ਵੱਡੀ ਗੱਲ ਆ। Yeah, self realization. Yes, exactly. So knowing yourself, yeah, definitely ਜਿੱਦਾਂ ਤੁਸੀਂ ਕਿਹਾ ਕਿ you need to know yourself first, ਕਿਉਂਕਿ ਜਦ ਤੱਕ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੇ 'ਚ confidence ਹੈਗਾ, ਓਕੇ ਜੇ ਹੈਗਾ ਵੀ ਹੈ, ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਹਾਡੇ ਨੈਗੇਟਿਵ ਪਾਰਟ ਕੀ ਆ ਜੀ, ਐਗਜ਼ੈਕਟਲੀ, ਉਹਨਾਂ ਨੂੰ ਤੁਸੀਂ ਇੰਪਰੂਵ ਕਰਨਾ ਚਾਹੁੰਦੇ ਹੋ, ਉਦੋਂ ਤੱਕ ਤੁਸੀਂ ਕੁਝ ਵੀ ਨਹੀਂ। ਜਦੋਂ ਇੱਕ ਬੰਦਾ ਆਪਣੇ ਆਪ ਨੂੰ ਸਮਝਦਾ ਨਾ ਤੇ ਆਪਣੇ ਆਪ ਬਾਰੇ ਸਿੱਖਦਾ, ਬ్రో, ਉਹਦੇ ਵਰਗਾ ਇਨਸਾਨ ਫਿਰ ਚੰਗਾ ਕੋਈ ਵੀ ਨਹੀਂ ਹੁੰਦਾ। ਯੂ ਨੋ ਵਾਈ? ਬਿਕੋਜ਼ ਯੂ ਆਰ ਵਿਲਿੰਗ ਟੂ ਵਰਕ ਔਨ ਯੋਰਸੈਲਫ, you are willing to improve on yourself, you are willing to fix all the ਜਿਹੜੀਆਂ ਤੁਹਾਡੇ ਜੋ errors ਨੇ ਉਹ ਫਿਕਸ ਕਰਨਾ ਚਾਹੁੰਦੇ ਹੋ ਤੁਸੀਂ। ਹੁਣ ਤੁਸੀਂ ਮੈਨੂੰ ਦੱਸੋ ਕਿ ਜੇ ਤੁਹਾਡੇ 'ਚ ਵਿਸ਼ਵਾਸ ਹੈ ਹੀ ਨਹੀਂਗਾ, ਪਹਿਲੀ ਗੱਲ ਤਾਂ ਇਹ ਵਿਸ਼ਵਾਸ ਨਹੀਂ ਹੈਗਾ ਕਿ ਆਪਣੇ ਆਪ ਤੋਂ ਪਹਿਲਾਂ ਕਮੀਆਂ ਲੱਭਾਂ ਮੈਂ ਬਹਿ ਕੇ। ਤੁਸੀਂ ਤਾਂ ਕਹਿ ਰਹੇ ਹੋ ਕਿ ਮੇਰੇ ਵਰਗਾ ਤਾਂ ਬੰਦਾ ਹੀ ਕੋਈ ਨਹੀਂ ਹੈਗਾ। ਫਿਰ ਉਹਦੇ ਇੰਨਾ ਵਿਸ਼ਵਾਸ ਹੈ ਕਿ ਹਾਂ ਪਹਿਲਾਂ ਤੁਸੀਂ ਬਹਿ ਗਏ ਆਪਣੀ ਕਮੀਆਂ ਲੱਭਣ ਵਾਸਤੇ, ਫਿਰ ਕਮੀਆਂ ਲੱਭੀਆਂ, ਫਿਰ ਹੁਣ ਤੁਸੀਂ ਵਰਕ ਕਰ ਰਹੇ ਹੋ ਉਹਨਾਂ 'ਤੇ। ਜੀ, that mean you're going on the right track. ਇਹ ਵੀ ਤੁਹਾਨੂੰ ਨਾ ਇੱਕ ਹਿੰਟ ਹਮੇਸ਼ਾ ਮਿਲਦਾ ਰਹਿੰਦਾ, ਹਮੇਸ਼ਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਹਿੰਟ ਮਿਲੂ। ਜਦ ਤੁਸੀਂ ਕਿਸੇ ਬੰਦੇ ਨੂੰ ਮਿਲਦੇ ਹੋ ਨਾ, ਉਹ ਬੰਦੇ ਦਾ ਕਰੈਕਟਰ ਜਾਂ ਉਹ ਬੰਦਾ ਤੁਹਾਡੇ ਤੋਂ ਅੱਗੇ ਹੁੰਦਾ, ਉਹ ਇੱਕ ਇਹੋ ਜਿਹੀ ਥੋੜੀ ਜਿਹੀ ਚੀਜ਼ ਟ੍ਰਿਗਰ ਕਰੂਗਾ ਵੀ ਯਾਰ ਇਹ ਚੀਜ਼ ਵਾਲੀ ਮੈਨੂੰ ਕਿਉਂ ਖੱਟ ਕਰੀ ਇਹ ਬੰਦੇ 'ਚ, ਮਤਲਬ ਇਹ ਬੰਦੇ ਦੇ ਵਿੱਚ ਖੱਟ ਕਰੀ, ਮਤਲਬ ਮੇਰੇ 'ਚ ਇਹ ਚੀਜ਼ ਦੀ ਘਾਟ ਆ ਜੀ, ਮੈਨੂੰ ਇਹ ਚੀਜ਼ ਤੇ ਫੋਕਸ ਕਰਨਾ ਪੈਣਾ। ਪਤਾ ਯੂਜੂਅਲੀ ਆਪਾਂ ਜਦੋਂ ਕਿਸੇ ਨੂੰ ਕਿਸੇ ਵੱਲ ਵੇਖ ਕੇ ਅਟਰੈਕਟ ਕਰਦੇ ਆ ਨਾ, ਜਦੋਂ ਆਪਾਂ ਕਹਿੰਦੇ ਆ ਕਿ ਯਾਰ ਆਹ ਬੰਦਾ ਵਧੀਆ, ਬਹੁਤ ਵਧੀਆ, ਪਤਾ ਉਹ ਆਪਾਂ ਕਿਉਂ ਅਟਰੈਕਟ ਕਰ ਰਹੇ ਆ, ਹੋ ਰਹੇ ਆ, ਉਹ ਆਪਾਂ ਤਾਂ ਹੋ ਰਹੇ ਆ ਬਿਕੋਜ਼ ਵੀ ਵਾਂਟ ਟੂ ਬੀ ਲਾਈਕ them. Yeah. we have something inside us who want to be ਡਰੈਗਨ ਵੇਕ ਅਪ ਕਰਨਾ। ਉਹ ਜਿਹੜੀ ਉਹਨੂੰ ਪੋਰਟਰੇ ਕਰਦੀ ਚੀਜ਼ ਨੂੰ, ਲਾਈਕ ਯਾ ਸੀਰੀਅਸਲੀ ਇਹੀ ਚੀਜ਼ ਆ ਤੁਹਾਨੂੰ ਮੈਂ ਦੱਸਿਆ ਨਾ ਹੁੰਦੇ ਕਿ ਮੈਨੂੰ ਕੌਨਫੀਡੈਂਸ ਨਹੀਂ ਸੀ, ਮੈਂ ਹਮੇਸ਼ਾ ਬ్రో ਰਿਹਾ ਇਨਸਿਕਿਉਰ ਵੈਨ ਇਟਸ ਗੋਨਾ ਲਾਈਕ ਪਬਲਿਕ ਸਪੀਕਿੰਗ, ਜੇ ਲੋਕਾਂ ਨਾਲ ਮੈਂ ਗੱਲ ਕਰਨੀ, ਈਵਨ ਨੋਰਮਲ ਬੰਦੇ ਨਾਲ ਗੱਲ ਕਰਨੀ, ਮੈਂ ਹਮੇਸ਼ਾ ਇਨਸਿਕਿਉਰ ਰਿਹਾ ਇਸ ਚੀਜ਼ ਦੇ ਵਿੱਚ। ਤੇ ਇਸੇ ਚੀਜ਼ ਨੂੰ ਮੈਨੂੰ ਜਦੋਂ ਦਾ ਪਤਾ ਲੱਗਾ ਨਾ, ਫਿਰ ਮੈਂ ਕਿਹਾ ਕਿੱਦਾਂ ਇੰਪਰੂਵ ਕਰਾਂ। ਐਂਡ ਸਟਰੀਟ ਫੋਟੋਗ੍ਰਾਫੀ ਵੀ ਮੈਂ ਐਸੇ ਕਰਕੇ ਸ਼ੁਰੂ ਕੀਤੀ ਵੀ ਲੋਕਾਂ ਨੂੰ ਜਾ ਕੇ ਅਪਰੋਚ ਕਰਨਾ ਤੇ ਉਹਨਾਂ ਨੂੰ ਪੁੱਛਣਾ ਕਿ ਹਾਂ ਤੁਹਾਡੀ ਫੋਟੋ ਖਿੱਚ ਲਵਾਂ। ਬ్రో ਬਹੁਤ ਕੌਨਫੀਡੈਂਸ ਲੱਗਦਾ ਹੈ। Confidence, 100. And that is what I was saying to like the other couple of boys we met, and it's just you have to have the confidence in you to go and approach people, regardless. If you're not going to approach someone, if you're not going to put it out there, you will not get it right. It's simple as that. And also, ਜੇ ਕੁਝ ਕਰਨਾ ਚਾਹੁੰਦਾ ਨਾ ਬੰਦੇ ਨੂੰ, ਉਹ ਜਦੋਂ ਤੱਕ ਉਹਨੂੰ ਟਰਾਈ ਨਹੀਂ ਕਰਦਾ ਹੈਗਾ, ਉਹ ਬੰਦੇ ਨੂੰ ਲੱਗਦਾ ਰਹੂਗਾ ਨਹੀਂ ਮੈਨੂੰ ਤਾਂ ਆਉਂਦਾ, ਮੈਨੂੰ ਕਰਨ ਦੀ ਕੀ ਲੋੜ ਆ। ਉਹ ਜਦ ਤੱਕ ਤੁਸੀਂ ਟਰਾਈ ਨਹੀਂ ਨਾ ਕਰਦੇ, ਉਦੋਂ ਤੱਕ ਤੁਹਾਨੂੰ ਪਤਾ ਨਹੀਂ ਲੱਗਣਾ ਤੁਹਾਡਾ ਲੈਵਲ ਕੀ ਹੈ। ਜੀ। ਹੁਣ ਇਹ ਗੱਲ ਮੈਨੂੰ ਤੁਸੀਂ ਯਾਦ ਕਰਾਈ। ਹੁਣ ਤੁਸੀਂ ਸੋਚੋ, ਮੈਂ ਸਪਿਰਿਚੁਅਲਿਟੀ ਵਾਲੇ ਪਾਸੇ ਚੱਲਦਾ ਹਾਂ, ਜਦੋਂ ਤੁਸੀਂ ਕਿਹਾ ਸੀਗਾ ਪਹਿਲਾਂ ਜੀ। ਇਹ ਵੇਖ, ਦਸਮ ਪਾਤਸ਼ਾਹ ਸੁਣਿਆ ਬਣੇ ਮਹਾਰਾਜ,
ਇੱਕ ਇਨਸਾਨ ਸੀ, ਇੱਕ ਇਨਸਾਨ ਜੀ ਇੱਕ ਇਨਸਾਨ ਦੇ ਵਿੱਚ ਕੀ ਇਦਾਂ ਦੀ ਕੁਆਲਿਟੀ ਸੀਗੀਆਂ ਜਿਨ੍ਹਾਂ ਨੇ ਇੱਕ ਬੰਦੇ ਨੂੰ ਸਵਾ ਲੱਖ ਨਾਲ ਲੜਾਇਆ। ਮੁੱਠੀ ਭਰ ਬੰਦਿਆਂ ਨੇ ਲੱਖਾਂ ਦੀ ਫੌਜ ਨਾਲ ਲੜਾਈਆਂ ਕੀਤੀਆਂ, ਰਾਈਟ। ਮੈਂ ਜਦੋਂ ਜਿਮ ਚੋਂ ਮੈਂ ਯੂਜੂਲੀ ਨਾ ਆਪਣੇ ਚੰਡੀ ਦੀ ਵਾਰ ਹੋਈ ਜਾਂ ਆਪਣੇ ਮੈਂ ਪੁਰਾਣੇ ਦਸਮ ਪਾਤਸ਼ਾਹ ਦੀ ਤਾਂ ਮੈਂ ਬਹੁਤ ਜ਼ਿਆਦਾ ਸੁਣਦਾ। ਮੈਨੂੰ ਲੱਗਦਾ ਹੈ ਕਿ ਉਹਨਾਂ ਵਰਗਾ ਕੋਈ ਇਨਸਾਨ ਤੇ ਵੈਰੀ ਰੇਅਰ ਨਹੀਂ ਹੈ ਹੀ ਨਹੀਂਗਾ ਕੋਈ। ਉਹ ਲੈਵਲ ਆਪਾਂ ਜੇ ਉਹਨਾਂ ਦੀ ਗੱਲ ਮੇਰੇ ਲਈ ਤਾਂ ਗੱਲ ਕਰਨੀ ਬਹੁਤ I think it's just like a sinful for me to even talk about it. But ਉਹ ਮੈਂ ਐਗਜ਼ਾਮਪਲ ਮੈਂ ਤਾਂ ਦੇ ਰਿਹਾ ਬਿਕਾਜ਼ ਕਿ ਇੱਕ ਇਨਸਾਨ ਇੱਦਾਂ ਦਾ ਕੀ ਰੱਬ ਵੀ ਕਾਹਦਾ ਫਿਰ ਬ్రో। ਇੱਕ ਇਨਸਾਨ ਨੇ ਆਪਣਾ ਪਿਓ ਗਵਾਇਆ, ਬੱਚੇ ਗਵਾਏ, ਸਾਰਾ ਪਰਿਵਾਰ ਗਵਾਇਆ ਤੇ ਫਿਰ ਵੀ ਉਹ ਮੈਦਾਨੇ ਜੰਗ ਦੇ ਵਿੱਚ ਲੜ ਰਿਹਾ। ਇਹੋ ਜਿਹਾ ਕੀ ਹੋਣਾ ਬੰਦੇ ਦੇ ਵਿੱਚ ਬ్రో। ਤੁਸੀਂ ਮੈਨੂੰ ਕਹਿੰਦੇ ਹੋ ਕਿ ਤੂੰ ਸੋਚਦਾ ਇੱਦਾਂ, ਮੈਂ ਸੋਚਦਾ ਯਾਰ ਮੈਂ ਕਿੰਨਾ ਇਹਨਾਂ ਨੂੰ ਸੁਣਦਾ ਆ। ਮੈਂ ਜਦੋਂ ਮੈਂ ਸੁਣਦਾ ਆ ਮੈਂ ਕਹਿੰਦਾ ਯਾਰ ਆਹ ਤਾਂ ਕੁਛ ਹੈ ਹੀ ਨਹੀਂਗਾ, ਆਹ ਤਾਂ ਨਿੱਕੇ ਨਿੱਕੇ ਟੁੱਚੀਆਂ ਜੀਆਂ, ਇਹ ਤਾਂ ਮਾੜੀਆਂ ਕਰਤੂਤਾਂ ਨੇ ਜਿਹੜੀਆਂ ਅਸੀਂ ਕਰਦੇ ਫਿਰਦੇ ਆ। ਤੁਸੀਂ ਇਹ ਵੇਖੋ ਕਿ ਉਹ ਲੈਵਲ ਕਿੱਡਾ ਕੁ ਤਗੜਾ ਹੋਣਾ ਕਿ ਜਿਹੜਾ ਬੰਦਾ ਯਾਰ ਹਿੱਲ ਹੀ ਨਹੀਂ ਰਿਹਾ। ਆਪਣੀ ਅੱਖਾਂ ਦੇ ਮੂਹਰੇ ਯੁੱਧ ਚੱਲ ਰਿਹਾ ਤੇ ਆਪਣੇ ਬੱਚੇ ਗਵਾਉਣੇ, ਦੂਰੋਂ ਮਹਾਰਾਜ ਵੇਖ ਰਿਹਾ ਤੇ ਕੋਈ ਗੱਲ ਨਹੀਂ। ਕਿੱਡਾ ਕੁ ਤਗੜਾ, ਕਿੱਡੇ ਕੁ ਅੰਦਰ ਸਪਿਰਿਚੁਅਲਿਟੀ ਦਾ ਲੈਵਲ ਕਿੱਡਾ ਤਗੜਾ ਹੋਣਾ ਕਿ ਜਿਹੜੇ ਬੰਦੇ ਦੇ ਇਮੋਸ਼ਨਸ ਉਹਦੇ ਹੈਵੀ ਪੈ ਹੀ ਨਹੀਂ ਰਹੇ। ਤੁਸੀਂ ਮੈਨੂੰ ਕਹਿ ਰਹੇ ਹੋ ਕਿ ਸਾਡੇ ਮਾਪਿਓ ਗਵਾਚ ਗਏ ਜਾਂ ਸਾਡੇ ਬੱਚੇ ਗਵਾਚ ਗਏ ਜਾਂ ਸਾਡੇ ਭੈਣ ਭਰਾ ਗਵਾਚ ਗਏ ਤੇ ਸਾਡੀ ਜ਼ਿੰਦਗੀ ਖਤਮ ਹੋ ਗਈ ਜਾਂ ਸਾਡੀ ਸਹੇਲੀ ਭੱਜ ਗਈ, ਅਸੀਂ ਮਰ ਜਾਣਾ, ਮੁੱਕ ਜਾਣਾ। ਬ్రో ਮੈਂ ਤਾਂ ਇਹ ਗੱਲਾਂ ਸੋਚਦਾ, ਚਲੋ ਅਸੀਂ ਇਹਨਾਂ ਵਰਗੇ ਬਣ ਨਹੀਂ ਸਕਦੇ, ਕੰਪੈਰੀਜ਼ਨ ਕਰਨਾ ਵੀ ਬੜਾ ਵੱਡੀ ਗੱਲ ਆ, ਪਰ ਬ్రో ਸਿੱਖਣ ਦੇ ਵਿੱਚ ਕੀ ਹੈ ਕਿ ਇੱਕ ਇਨਸਾਨ ਕੋਲ ਇਹੋ ਜਿਹੀ ਪਾਵਰਸ ਆ, ਇਹੋ ਜਿਹਾ ਕਿ ਦੁਨੀਆ ਪਿੱਛੇ ਲਾ ਸਕਦਾ ਹੈ। ਇੱਕ ਇਨਸਾਨ ਲੱਖਾਂ ਬੰਦਿਆਂ ਨੂੰ ਆਪਣੇ ਪਿੱਛੇ ਲਾ ਸਕਦਾ ਹੈ। How can one become a leader and the other becomes followers? Confidence. Exactly right. And confidence ਤੇ ਮੈਨੂੰ ਲੱਗਦਾ ਇੱਕ ਚੀਜ਼ ਹੋਰ ਕਿ ਜਿਹੜੀ ਜੁਰਤ ਨਾਲ ਅੱਗੇ ਆ ਜਾਣਾ, ਕਿ ਕਿਉਂਕਿ ਜਦੋਂ ਚੈਲੰਜਸ ਆਉਂਦੇ, ਜਦੋਂ ਪ੍ਰੋਬਲਮਸ ਆਉਂਦੀਆਂ ਨਾ, 90 or 98% of people bro, they will just fall back. ਉਹਨਾਂ ਨੂੰ ਲੱਗਦਾ ਚੈਲੰਜ ਆ ਕੇ ਨਾ ਛੱਡੋ, ਪਰ ਉਹ ਭੀੜ ਦੇ ਵਿੱਚੋਂ ਇੱਕ ਬੰਦਾ ਜਿਹੜਾ ਉੱਠ ਕੇ ਆ ਜਾਂਦਾ, ਨਹੀਂ ਉਹ ਕੋਈ ਚੱਕਰ ਨਹੀਂ, ਮੈਂ ਚੱਲਾਂ ਅੱਗੇ। ਹੁਣ ਮੈਨੂੰ ਇੱਕ ਗੱਲ ਦੱਸ, ਹੁਣ ਕਈ ਲੋਕ ਕਹਿੰਦੇ ਨੇ ਪੋਡਕਾਸਟ ਕਰਦੇ ਹੋ, ਤੁਸੀਂ ਪੋਡਕਾਸਟ ਕਿਉਂ ਕਰਦੇ ਹੋ? ਕਈ ਬੰਦੇ ਕਹਿੰਦੇ ਨੇ ਤੂੰ ਹੀ ਕਿਉਂ? ਕਿੰਨਿਆਂ ਕੁ ਨੇ ਹੱਥ ਖੜਾ ਕੀਤਾ ਸੀ ਕਿ ਮੈਂ ਵੀ ਆ ਕੇ ਕਰਾਂਗਾ। ਕਿੰਨਿਆਂ ਦੇ ਵਿੱਚ ਉਹ ਵਿਸ਼ਵਾਸ ਸੀਗਾ ਕਿ ਮੈਂ ਇਹ ਚੀਜ਼ਾਂ ਕਰ ਸਕਦਾ ਹਾਂ। ਜੇ ਵਿਸ਼ਵਾਸ ਸੀ, ਜਿਹਨੇ ਵਿਸ਼ਵਾਸ ਸੀਗਾ ਉਹਨੇ ਹੱਥ ਖੜਾ ਕੀਤਾ ਤਾਂ ਉਹ ਬੈਠਾ ਕੋਲ। ਗੱਲ ਤਾਂ ਕੌਨਫੀਡੈਂਸ ਦੀ ਹੈ ਨਾ। ਗੱਲ ਕੌਨਫੀਡੈਂਸ ਦੀ ਹੈ। ਗੱਲ ਕੌਨਫੀਡੈਂਸ ਦੀ ਸੀਗੀ ਕਿ ਮੈਂ ਇੰਡੀਆ 'ਚੋਂ ਨਿਕਲ ਕੇ ਬਾਹਰ ਜਾਣਾ, ਬਾਹਰ ਜਾ ਕੇ ਮੈਂ ਨਾਮ ਕਮਾਉਣਾ। ਹੁਣ ਇੱਕ ਗੱਲ ਵੇਖੋ, ਮੈਂ ਗੱਲ ਬੜੀ ਵਾਰ ਗੱਲ ਸੋਚਦਾ ਹਾਂ ਕਿ ਆਪਾਂ ਇੰਡੀਆ ਤੋਂ ਇੱਥੇ ਆਏ ਸਿਰਫ ਪੱਕੇ ਹੋਣ ਵਾਸਤੇ ਆਏ ਹਾਂ ਅਸੀਂ। ਆਹ ਮੇਨ ਉੱਥੇ ਸੋਚਦਾ ਤਾਂ ਬੰਦਾ ਇਹ ਗਿਆ ਬਾਬਾ ਪੱਕੇ ਹੋ ਜਾਈਏ ਜਾ ਕੇ। ਮੈਨੂੰ ਇਹਦੇ ਨਾਲ ਸੰਤੁਸ਼ਟੀ ਨਹੀਂ ਹੈਗੀ ਇਸ ਗੱਲ ਨਾਲ। ਮੈਂ ਆਹੀ ਗੱਲ ਨਾ ਬਹੁਤ ਸੋਚਦਾ, ਓਬਜ਼ਰਵ ਕਰਦਾ ਆਪਣੀ ਕਮਿਊਨਿਟੀ ਨੂੰ ਸਪੈਸ਼ਲੀ, ਕਿਹੜਾ ਵੀ ਆਪਾਂ ਕਿਵੇਂ ਆਪਾਂ ਇੱਕ ਪੈਟਰਨ ਦੇ ਵਿੱਚ ਟਾਏ, ਆਪਾਂ ਕਿੰਨੇ ਪਾਵਰਫੁਲ ਪੈਟਰਨ ਦੇ ਵਿੱਚ ਆਪਾਂ ਹੈਗੇ ਆ। ਵੀ ਆਸਟ੍ਰੇਲੀਆ ਆ ਗਏ, ਸਟੂਡੈਂਟ ਲਾਈਫ ਕੱਢੀ, ਪੈਸੇ ਕਮਾਏ, ਸਟੂਡੈਂਟ ਲੋਨ ਲਾਇਆ, ਪੱਕੇ ਹੋਣ ਦੀ ਤਿਆਰੀ ਕੀਤੀ, ਪੱਕੇ ਹੋਏ, ਵਿਆਹ ਹੋ ਗਿਆ, ਘਰ ਲੱਤਾ, ਘਰ ਲੈਂਦੇ ਸਾਰੇ ਬੱਚਾ ਹੋ ਗਿਆ, ਬੱਚੇ ਨੂੰ ਪਾਲੀ ਜੋ ਲਾਈਕ ਇਟਸ ਅ ਸਾਈਕਲ। 100 ਦੇ ਵਿੱਚੋਂ 20% ਲੋਕ ਮੇਰੇ ਖਿਆਲ ਨਾਲ ਆਹ ਸਾਈਕਲ ਨੂੰ ਬ੍ਰੇਕ ਕਰਦੇ ਆ। 20% ਵੀ ਜ਼ਿਆਦਾ 20% ਜ਼ਿਆਦਾ ਗਿਆ ਤਾਂ ਬਹੁਤ 5%, ਕਿਉਂਕਿ everybody is doing the same
ਇਨ ਦ ਸੇਮ ਰੈਟ ਰੇਸ, ਕੋਈ ਉਹ ਲਾਈਨ ਚੋਂ ਨਿਕਲਣਾ ਨਹੀਂ ਚਾਹੁੰਦਾ। ਜੀ ਜੀ ਮੈਂ ਤੁਸੀਂ ਨਾ- ਦੇਖੋ ਜੀ ਓਕੇ ਇਹੀ ਗੱਲ ਮੈਂ ਸੌਰੀ ਲੈਟ ਮੀ ਸੇ ਦਿਸ। ਮੈਂ ਨਾ ਜਦੋਂ ਇੰਡੀਆ ਸੀਗਾ ਤੇ ਮੈਂ ਜਦੋਂ ਆਪਣੇ 5 ਸਾਲ ਦੀ ਗੱਲ ਕਰਦਾ ਹੁੰਦਾ ਕਈ ਵਾਰੀ, ਤੇ ਮੈਂ ਉਦੋਂ ਲੱਗਦਾ ਕਿ ਮੇਰੇ ਬੜੇ ਗੁੱਡ ਟਾਈਮ ਸੀ ਕਿ ਮੈਨੂੰ ਜਾਣਨ ਦਾ ਆਪਣੇ ਨੂੰ ਮੌਕਾ ਮਿਲਿਆ। ਤਾਂ ਮੈਂ ਉਹਦੇ ਵਿੱਚ ਇੱਕ ਮੇਰੀ ਜਿੱਦ ਸੀਗੀ ਕਿ ਮੈਂ ਵਾਪਸ ਆਸਟ੍ਰੇਲੀਆ ਆਉਣਾ। ਜਿੱਦ ਸੀ ਨਾ ਉਹ ਮੈਨੂੰ ਅੱਜ ਉਹ ਜਿੱਦ ਮੇਰੀ ਪੂਰੀ ਹੋ ਗਈ, ਮੈਂ ਵਾਪਸ ਆ ਗਿਆ। ਮੈਨੂੰ ਅਸਲ 'ਚ ਹੁਣ ਸਮਝ ਆਇਆ ਐਸ ਆ ਉਮਰ 'ਚ ਆ ਕੇ ਮੈਨੂੰ ਇੰਨਾ ਕੁਛ ਖੱਟ ਕੇ ਗਵਾ ਕੇ ਕਰਖਾ ਕੇ ਹੁਣ ਸਮਝ ਆਇਆ ਮੈਨੂੰ ਅੱਜ ਇੰਡੀਆ ਛੱਡ ਦੋ, ਮੈਂ ਕਦੇ ਵਾਪਸ ਨਹੀਂ ਆਉਂਗਾ। ਮੈਂ ਕਦੇ ਵਾਪਸ ਨਹੀਂ ਆਉਂਗਾ। ਐਂਡ ਵਾਈ ਸੋ ਬ్రో? ਵਾਈ ਬਿਕਾਜ਼ ਮੈਨੂੰ ਹੁਣ ਲੱਗਦਾ ਹੈ ਕਿ ਮੇਰੇ 'ਚੋਂ ਪਾਵਰਸ ਨੇ, ਮੇਰੇ 'ਚ ਇੰਨਾ ਕੁ ਵਿਸ਼ਵਾਸ ਆ। ਮੈਨੂੰ ਤੂੰ ਦੁਨੀਆ ਦੇ ਕਿਸੇ ਮਰਜ਼ੀ ਕੋਨੇ ਛੱਡ ਦੇ, ਆਈ ਵਿਲ ਸ਼ਾਈਨ। ਮੈਨੂੰ ਇੰਡੀਆ ਛੱਡ ਦੋ, ਮੈਂ ਸ਼ਾਈਨ ਕਰੂੰਗਾ। ਔਰ ਮੈਨੂੰ ਇਹ ਲੱਗਦਾ ਹੈ ਕਿ ਮੈਨੂੰ ਦੈਟ ਇਜ਼ ਵਾਈ ਆਈ ਡੋਂਟ ਕੇਅਰ ਅਬਾਊਟ ਥਿੰਗਸ ਕਿ ਜਿਹੜੀਆਂ ਕੋਈ ਚੀਜ਼ਾਂ ਹੁੰਦੀਆਂ ਜਾਂ ਜਿਹੜੀ ਚੀਜ਼ਾਂ ਮੈਨੂੰ ਲੱਗਦਾ ਕਿ ਇਹ ਸਕਸੈਸਫੁਲ ਨਹੀਂ ਨੇ, ਮੈਂ ਇਹਨਾਂ ਬਾਰੇ ਸੋਚਦਾ ਨਹੀਂ ਹੈਗਾ। ਹੁਣ ਮੇਰਾ ਮਾਈਂਡ ਫਰੇਮ ਹੁਣ ਮੈਨੂੰ ਇਹ ਕਹਿੰਦਾ ਹੈ ਕਿ it doesn't matter where you are, it doesn't matter where you guys are, you know, if you have the confidence you want to do things। ਮੈਂ ਨਿਕਲ ਕੇ ਉੱਥੋਂ ਇੱਥੇ ਆਇਆ। ਕਈ ਲੋਕ ਨਾ ਕਹਿਣਗੇ ਕਿ ਅਸੀਂ ਆਸਟ੍ਰੇਲੀਆ ਆਉਣਾ ਚਾਹੁੰਦੇ ਹਾਂ, ਯੂਰਪ 'ਚ ਕਿਤੇ ਬੈਠੇ ਆ। ਮੈਂ ਪੁੱਛਦਾ ਕਿਉਂ? ਉਹ ਇੱਥੇ ਪੈਸੇ ਜ਼ਿਆਦਾ ਆ। ਨੋ, ਇਟਸ ਰੋਂਗ ਵੇ ਆਫ ਥਿੰਕਿੰਗ, ਯੂ ਨੋ। ਆਈ ਐਮ ਟੈਲਿੰਗ ਯੂ ਦਿਸ, ਜਿੱਥੇ ਵੀ ਹੈਗੇ ਹੋ ਤੁਸੀਂ ਉੱਥੋਂ ਵੀ ਕਰਕੇ ਬੜਾ ਕੁਝ ਕਰ ਸਕਦੇ ਹੋ ਜੇ ਤੁਹਾਡੀ ਰਾਈਟ ਅਪਰੋਚ ਹੈ ਲਾਈਫ ਬਾਰੇ। ਜੀ ਭਾਈ, ਜੇ ਤੁਸੀਂ ਜਾਣਦੇ ਹੋ, ਤੁਹਾਡੇ 'ਤੇ ਵਿਸ਼ਵਾਸ ਹੈ ਆਪਣੇ ਆਪ 'ਚ, ਚਾਹੇ ਤੁਸੀਂ ਇੱਕ ਹਾਊਸ ਵਾਈਫ ਹੋ, ਚਾਹੇ ਤੁਸੀਂ ਬੰਦੇ ਹੋ, ਟਰੱਕ ਚਲਾਉਂਦੇ ਹੋ, ਜੋ ਵੀ ਹੈ, ਜਿੱਦਾਂ ਵੀ ਹੈ, ਕਲੀਨਿੰਗ ਕਰਦੇ ਹੋ, ਜੋ ਵੀ, ਇਫ ਯੂ ਹੈਵ ਦ ਕੌਨਫੀਡੈਂਸ ਦੈਟ ਯੂ ਵਾਂਟ ਟੂ ਡੂ ਥਿੰਗਸ ਯੂ ਕੈਨ ਡੂ ਇਟ ਐਨੀਵੇਅਰ। ਮੈਂ ਇਹ ਹੁਣ ਇਹ ਉਮਰ 'ਚ ਆ ਕੇ ਨਾ ਮੈਂ ਹੁਣ ਸੋਚਦਾ ਹਾਂ ਕਿ ਮੈਂ ਇੰਡੀਆ ਵੀ ਹੁੰਦਾ ਨਾ ਤੇ ਸ਼ਾਇਦ ਮੇ ਬੀ ਆਫਟਰ ਐਕਸਪੀਰੀਐਂਸਿੰਗ ਆਲ ਆਫ ਦਿਸ ਮੈਨੂੰ ਹੁਣ ਲੱਗਦਾ ਹੈ ਕਿ ਹਾਂ ਅੱਜ ਮੈਂ ਇਨਸਾਨ ਇਹ ਬਣਿਆ ਕਿ ਮੈਨੂੰ ਅੱਜ ਛੱਡ ਦੋ ਵਾਪਸ। ਮੇ ਬੀ ਜੇ ਨਾ ਐਕਸਪੀਰੀਐਂਸ ਹੁੰਦਾ ਸ਼ਾਇਦ ਮੈਂ ਨਾ ਬਣਦਾ ਨਾ, ਪਰ ਜੇ ਇਟਸ ਗੁੱਡ ਦੈਟ ਇਜ਼ ਹੈਪਨ। ਬਟ ਹੁਣ ਮੈਨੂੰ ਇਹ ਲੱਗਦਾ, ਹੁਣ ਮੈਂ ਲੋਕਾਂ ਨੂੰ ਵੀ ਇਹੀ ਕਹਿਣਾ ਆ ਕਿ ਯਾਰ ਜਿੱਥੇ ਵੀ ਹੋ, doesn't matter ਕਿ which part, wherever in the world you guys are, you know, if you are alive, all you got to do is be confident enough. Work on your mind and you can achieve anything you want, yeah. Internet has become sensation these days, you know. There's Anything is possible. anyone you can, if you are a housewife and you know how to cook, bloody start up your own cooking channel on YouTube. So many have done already. If you are a ਸਿਲਾਈ ਕਢਾਈ ਕੱਪੜੇ ਸਿਉਣੇ ਆਉਂਦੇ ਆ, ਓਪਨ ਅਪ ਯੂ ਬੁਟੀਕ। ਕੀ ਕਰਨਾ ਚਾਹੁੰਦੇ? ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਲੀਨਿੰਗ ਦੇ ਵਿੱਚ ਕੰਮ ਕਰਦੇ ਹੋ ਤੇ ਇਹ ਨਹੀਂ ਵੀਡੀਓਜ਼ ਪਾ ਕੇ ਚੜ੍ਹਨ ਲੱਗ ਜਾਓ ਉੱਪਰ ਜੀ। If you are a truck driver, you can put a camera in your cabin and show the roads all day and start teaching people how to drive like a truck. you just there are plenty of ways, bro. ਮੈਂ ਇਹ ਗੱਲ ਤਾਂ ਕਰਨੀ ਚਾਹੁੰਦਾ ਆ ਕਿਉਂਕਿ there are ways of making money. There is, if you are confident enough to put yourself out there, ਮੈਂ ਕਹਿੰਦਾ ਯਾਰ ਇੰਡੀਆ ਵੀ ਬੈਠੇ ਤੁਸੀਂ ਸਾਰਾ ਕੁਝ ਕਰ ਸਕਦੇ, ਕਮਾਈ ਜਾਂਦੇ ਆ, ਸਾਰਾ ਕੁਝ ਕਰ ਸਕਦੇ। ਤੇ ਟਿਕਟੋਕਾਂ ਦੇ ਕਿੰਨੇ ਇਹ ਲੱਗਦਾ ਹੀ ਆ ਕਿ ਇੱਥੇ ਆ। ਹੁਣ ਮੇਰੀ ਗੱਲ ਸੁਣ, ਮੈਂ ਇਹ ਗੱਲ ਉਹ ਆਪਣੇ ਗੋਰੇ ਨਾਲ ਆੜੀ ਨਾਲ ਕਰਦਾ ਸੀਗਾ। ਮੈਂ ਕਹਿੰਦਾ ਸੀਗਾ, ਮੈਂ ਕਿਹਾ ਅਸੀਂ 18 ਸਾਲ ਦੇ ਉੱਧਰ ਜੰਮੇ, ਇੱਧਰ ਆਉਣੇ ਆ, ਸਾਡੇ ਲਿੰਕ ਇੱਥੇ ਕਿਹੜੇ ਜਿਹੜੇ ਸਟੂਡੈਂਟ ਮਿਲ ਕੇ ਇੱਕ ਦੂਜੇ ਨਾਲ ਲਿੰਕ ਬਣਾ ਲਏ। ਮੈਂ ਤੁਸੀਂ ਤੇ ਜੰਪ ਵਾਲੇ ਉੱਥੋਂ ਦੇ, ਮੈਂ ਕਿਹਾ ਤੁਸੀਂ ਕੀ ਕੱਟ ਲਿਆ? ਮੈਂ ਤੁਸੀਂ ਤੇ ਜੰਪ ਵਾਲੇ ਹੁੰਦੇ, ਮੈਂ ਇਹੀ ਲੈ ਕੇ ਚੱਲੀ ਪੰਜਾਬ ਤੋਂ। ਮੈਂ ਫਲਾਣਾ ਵੀ ਜਾਣਦਾ, ਫਲਾਣੇ ਪਿੰਡ ਦਾ ਸਰਪੰਚ ਵੀ ਜਾਣਦਾ, ਫਲਾਣੇ ਥਾਣੇਦਾਰ ਦਾ ਥਾਣੇਦਾਰ ਜਾਣਦਾ, ਫਲਾਣਾ ਆ ਜਾਣਦਾ, ਫਲਾਣਾ ਹਲਵਾਈ ਜਾਣਦਾ, ਫਲਾਣਾ ਮਕੈਨਿਕ ਜਾਣਦਾ, ਫਲਾਣਾ ਇਹ ਜਾਣਦਾ। ਕੋਈ ਸਾਡੀ ਬੋਲੀ ਆਪਣੀ ਹੈ। ਦੱਸ ਕਿਹੜੇ ਖੇਤ ਲੈ ਕੇ ਚੱਲੀਏ ਤੈਨੂੰ? ਕੀ ਖਾਏਗਾ, ਕੀ ਪੀਏਗਾ? ਉਹੀ ਹੋ ਗਈ ਨਾ। ਹੁਣ ਇਹ ਸੋਚੋ ਕਿ ਇੱਥੋਂ ਇਹੋ ਜਿਹੇ ਲਿੰਕ ਸਾਡੇ ਇੱਥੇ ਹੁੰਦੇ, ਅਸੀਂ ਤਾਂ ਤਬਾਹ ਕੀਤਾ ਹੁੰਦਾ ਹੈ। ਗਾਹ ਪਾਇਆ ਹੋਣਾ ਸੀਗਾ। ਹੁਣ ਇਹ ਗੱਲਾਂ ਆ, ਇਹ ਲੱਗਦਾ ਹੁੰਦਾ ਲੋਕਾਂ ਨੂੰ, ਇਹ ਲੱਗਦਾ ਹੁੰਦਾ ਕਿ ਯਾਰ ਕਿ ਹਾਂ ਉਹ ਫਲਾਣਾ ਇੱਥੇ ਦਾ, ਉਹਨਾਂ ਦਾ ਵੀ ਰੰਡੀ ਰੋਣਾ ਇਹੀ ਹੋਈ ਆ। ਮੇਰੀ ਗੱਲ ਸੁਣ ਲਓ, ਇੱਧਰ ਦੇ ਲੋਕਾਂ ਦਾ ਰੰਡੀ ਰੋਣਾ ਜ਼ਿਆਦਾ ਵੱਡਾ ਸਾਡੇ ਨਾਲੋਂ। ਉਹ ਕਹਿੰਦੇ ਕਿ ਆ ਜਦੋਂ ਦੇ ਇੰਡੀਅਨ ਆਏ ਇਹਨਾਂ ਨੇ ਟੇਕ ਓਵਰ ਕਰ ਲਿਆ, ਜਦੋਂ ਚਾਈਨੀਜ਼ ਆਏ ਇਹਨਾਂ ਨੇ ਟੇਕ ਓਵਰ ਕਰ ਲਿਆ। ਉਹ ਟੇਕ ਓਵਰ ਨਹੀਂ ਰੋਈ ਜਾਂਦੇ ਸਾਲਿਓ, ਤੁਸੀਂ ਕਿਹੜੇ ਜੰਮੇ ਸੀਗੇ, ਤੁਹਾਡੇ ਦਾਦੇ ਪੜਦਾਦੇ ਪ੍ਰਿਜ਼ਨਰ ਬਣ ਕੇ ਇੱਥੇ ਆਏ ਸੀਗੇ। ਇਹ ਤਾਂ ਦੇਖੋ ਕਿਹੜੇ ਆਪਾਂ। ਅੱਛਾ, ਹੋਰ ਵਿਕਟਮ ਮੈਂਟੈਲਿਟੀ ਇਜ਼ ਬੁਲਸ਼ਿਟ ਬ్రో, ਰਾਈਟ? ਜਿਹੜੀ ਮਰਜ਼ੀ ਮੁਲਕ ਦੀ ਹਿਸਟਰੀ ਚੱਕ ਲਓ, ਇੰਡੀਆ ਦੀ ਹਿਸਟਰੀ ਚੱਕ ਲਓ, ਯੂਰਪ ਦੀ ਚੱਕ ਲਓ bro, ਇੰਡੀਆ ਬਚਿਆ ਜੁੱਤ ਨਾ ਬਚਿਆ।
ਹੁਣ ਮੈਂ ਉਹਦੇ ਵਿੱਚ ਨਹੀਂ ਜਾਂਦਾ ਹੈਗਾ, ਮੈਂ ਪੋਲੀਟੀਕਲੀ ਸਟੇਟਮੈਂਟਸ ਹੋ ਜਾਂਦੀ ਹੈ ਬ్రో। ਇੰਡੀਆ ਦੀ ਹਿਸਟਰੀ ਚੱਕ ਲਓ, ਕੈਨੇਡਾ ਦੀ, ਅਮਰੀਕਾ ਦੀ ਚੱਕ ਲਓ, ਯੂਰਪ ਦੀ ਚੱਕ ਲਓ, ਕਿਹਦੀ ਮਰਜ਼ੀ ਹਿਸਟਰੀ ਚੱਕ ਲਓ, ਜੈਨੋਸਾਈਡਸ ਕਿੱਥੇ ਨਹੀਂ ਹੋਏ ਹੈਗੇ, ਕਿੱਥੇ ਨਹੀਂ ਹੋਏ ਹੈਗੇ। ਆ ਹੁਣ ਯੂਕਰੇਨ ਤੇ ਰਸ਼ੀਆ ਦੇ ਵਿੱਚ ਕੀ ਚੱਲਦਾ ਪਿਆ, ਇਸ ਕਾਈਂਡ ਆਫ ਜੈਨੋਸਾਈਡ ਐਨੀਵੇ। They're fighting for their countries, you know. Man, yeah, look, end of the day, I just don't want to say certain things, you know, but this hints are always enough. ਕਿ ਯਾਰ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਹੈਗਾ, ਆਪਣੇ ਆਪ ਤੇ ਕੰਮ ਕਰਨਾ ਇਜ਼ ਵੈਰੀ ਇੰਪੋਰਟੈਂਟ। ਆਪਣੇ ਆਪ ਤੇ ਕੰਮ ਕਰੋ, ਆਪਣੇ ਆਪ ਨੂੰ ਐਕਸੈਪਟ ਕਰੋ, ਤੇ ਜੇ ਕਪਲਸ ਇੱਕ ਦੂਜੇ ਨੂੰ ਸਪੋਰਟ ਕਰੋ। ਤੇ ਜੇ ਇੱਕ ਵਾਰੀ ਕਪਲ ਕਹਿੰਦਾ ਨਾ ਇੱਕ ਦੂਜੇ ਨੂੰ, ਪਾਰਟਨਰ ਇੱਕ ਦੂਜੇ ਨੂੰ ਕਹਿੰਦੇ ਵੀ ਮੈਂ ਬੈਠਾ ਆ, ਮੈਂ ਬੈਠੀ ਆ, ਤੁਸੀਂ ਕਰੋ ਜੋ ਕਰਨਾ, ਉਹ ਬਹੁਤ ਵੱਡਾ ਕੌਨਫੀਡੈਂਸ ਬੂਸਟ ਆ। ਇਹ ਸਭ ਤੋਂ ਵੱਡਾ, ਕਿਉਂਕਿ ਹਰ ਇੱਕ ਦੇ ਉੱਤੇ ਨੀਚੇ ਕਪਲ ਦੇ ਵਿੱਚ ਹੁੰਦਾ ਰਹਿੰਦਾ, ਉਹ ਵੀ ਨਾ ਤੁਸੀਂ ਟੈਨਸ਼ਨ ਲਓ, ਬਟ ਇਹ ਵੀ ਕੌਨਫੀਡੈਂਸ ਬੂਸਟ ਕਰਨ ਦਾ ਬਹੁਤ ਵੱਡਾ। ਤੇ ਇੱਕ ਦੂਜੇ ਨੂੰ ਕਦੇ ਥੱਲੇ ਨਾ ਕਰਿਓ ਜੀ। ਇੱਕ ਲੈਵਲ ਤੇ। ਐਂਡ ਆਈ ਵੁੱਡ ਲਾਈਕ ਟੂ ਸੇ ਕਿ ਯੂ نو ਡਸਨਟ ਰੀਲੀ ਮੈਟਰ ਕਿ ਕਿਹੜੀ ਸਿਚੁਏਸ਼ਨ ਦੇ ਵਿੱਚ ਤੁਸੀਂ ਹੈਗੇ ਹੋ, ਬਿਲਕੁਲ ਹਮੇਸ਼ਾ ਆਪਣੇ ਆਪ ਨੂੰ ਵਧੀਆ ਇਨਵਿਜ਼ਨ ਕਰੋ, ਆਪਣੇ ਆਪ ਦੀ ਇੱਕ ਤਸਵੀਰ ਵਧੀਆ ਲੈ ਕੇ ਚੱਲੋ। ਇਫ ਯੂ ਕਾਂਟ ਇਨਵਿਜ਼ਨ ਯੋਰਸੈਲਫ, look up to someone who is better than you and start portraying yourself in that shoes. And trust the process. Universe got you, bro. Look after Mickey, you know. Look up to Mickey, not after. Look up to Mickey. And I'll teach you. Go follow him on his Instagram. No. I don't have Instagram. I don't. I'll be the smart. ਇਹਦੇ ਫੋਲੋ ਕਰੋ, ਇਹਦੇ ਬਹੁਤ ਵਧੀਆ ਬੰਦਾ, ਗੁੱਡ ਬੰਦਾ ਆ, ਬਹੁਤ ਚੰਗੀਆਂ ਮਿੱਠੀਆਂ ਗੱਲਾਂ ਕਰਦਾ ਆ, ਬਹੁਤ ਕੁਝ ਸਿਖਾਉਂਦਾ ਆ, ਬੜਾ ਕੁਛ। ਸਾਡੀ ਉਮਰ 'ਚ ਨਿੱਕਾ ਆ, ਪਰ ਚੀਜ਼ਾਂ ਦਾ ਗੁਣ ਹੋਣਾ, ਬੋਲਣ ਦਾ ਗੁਣ ਹੋਣਾ, ਇੱਕ ਚੀਜ਼ ਦਾ ਨੌਲੇਜ ਹੋਣੀ, ਉਹ ਬਹੁਤ ਵਧੀਆ ਗੱਲ ਆ। ਆਈ ਐਮ ਵੈਰੀ ਪ੍ਰਾਊਡ ਆਫ ਹਿਮ, ਯੂ ਨੋ। ਐਂਡ ਭਾਈ ਸਤਿ ਸ਼੍ਰੀ ਅਕਾਲ। ਹੁਣ ਜੇ ਮੈਂ ਕੁਝ ਹੋਰ ਬੋਲਿਆ ਫਿਰ ਤੁਹਾਨੂੰ ਤਕਲੀਫ ਹੋਣੀ ਹੈ। ਤੇ ਮੈਂ ਬੰਦ ਕਰ ਦੇਣਾ। ਇਹ ਅੱਗਾ ਇਹ ਰੌਲਾ ਵੀ ਇਹੀ ਹੈ, ਕੁੜੀਆਂ ਬਾਅਦ ਵਿੱਚ ਐਡਿਟਿੰਗ ਕਰਕੇ ਨਾ ਵਿੱਚੋਂ ਕੱਟ ਦੂਗਾ ਸਾਰਾ ਕੁਝ। ਇਹ ਬਹੁਤ ਕਰਦਾ। ਚੰਗਾ ਜੀ, ਤੁਹਾਨੂੰ ਦੋ ਪਿਆਰ, ਸਤਿ ਸ੍ਰੀ ਅਕਾਲ ਦੋ, ਤੇ ਅਸੀਂ ਫਿਰ ਚੱਲੀਏ ਹੁਣ ਘਰਾਂ ਨੂੰ। ਓਕੇ ਜੀ, ਥੈਂਕ ਯੂ, ਬੱਲਾ ਬੱਲਾ, ਬਾਏ ਬਾਏ।